ਦਿਨ ਬੜੇ ਔਖੇ ਕੱਢੇ ਹੈਗੇ ਆ ਜੀ। ਤਕਰੀਬਨ 3-3 ਵਜੇ ਉੱਠ ਕੇ ਮੈਂ ਮੈਸੇਜ ਦੇਖਦਾ ਸੀ। ਰਾਤ ਨੂੰ ਕੀ ਇਹਦਾ ਨੈਟ ਚੱਲਦਾ ਪਿਆ ਆ। ਮੈਂ ਇਹਦੀ ਮਦਰ ਨੂੰ ਵੀ ਨਹੀਂ ਸੀ ਦੱਸਦਾ ਕਿ ਸ਼ਾਇਦ ਇਹ ਚਿੰਤਾ ਕਰੂਗੀ। ਇਹਨੂੰ ਮੈਸੇਜ ਕਰਕੇ ਦੇਖਦਾ ਸੀ ਰਾਤ ਨੂੰ ਕਿ ਹਾਂ ਇਹਦਾ ਇੰਟਰਨੈਟ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਤੇ ਮੈਨੂੰ ਖਬਰ ਮਿਲੀ ਕਿ ਇੱਥੇ ਰੇਲਵੇ ਸਟੇਸ਼ਨ ਤੇ ਬੰਬ ਫਟਿਆ। ਬਰੇਵ ਨਿਕਲੇ ਸਨ, ਬਰੇਵ ਬਹੁਤ ਜ਼ਿਆਦਾ ਬਰੇਵ। ਇਹ ਸਾਨੂੰ ਵੀ ਹੌਸਲਾ ਦੇ ਰਹੀ ਸੀ। ਮੈਂ ਜੇ ਕਹਿਣਾ ਬੇਟਾ ਤੂੰ ਠੀਕ ਆ, ਮੰਮੀ ਨਹੀਂ ਮੈਂ ਤਾਂ ਠੀਕ ਆ, ਤੁਸੀਂ ਠੀਕ ਕਰਿਓ। ਮੈਂ ਕਹਿਣਾ ਨਹੀਂ ਮੰਮੀ ਠੀਕ ਆ, ਨਹੀਂ ਮੰਮੀ ਤੁਸੀਂ ਠੀਕ ਕਰਿਓ, ਮੈਂ ਠੀਕ ਆ। ਜਿਸ ਦਿਨ ਇਹਨੇ ਸਾਨੂੰ ਦੱਸਿਆ ਨਾ ਵੀ ਅੱਜ ਅਸੀਂ ਮੈਟਰੋ ਤੋਂ ਨਿਕਲਣਾ, ਇਹਦੇ ਡੈਡੀ ਬਹੁਤ ਹੀ ਮਤਲਬ ਟੈਨਸ਼ਨ ਲੈਣ, ਕਹਿੰਦੇ ਨਾ ਪਰਮਜੀਤ ਬਾਹਰ ਨਾ ਨਿਕਲੇ, ਕਿਤੇ ਇੱਦਾਂ ਨਾ ਹੋਵੇ ਵੀ ਬੰਬ ਫਟ ਜਾਵੇ ਫੇਰ ਪ੍ਰੋਬਲਮ ਹੋ ਜਾਣੀ। ਸਾਡੀ ਬੇਟੀ ਹੈ ਨਾ ਉੱਥੇ ਮੈਟਰੋ ਤੇ ਖੜੀ ਨੂੰ ਬੰਬ ਫਟਿਆ ਹੋਇਆ ਸੀ ਤਾਂ ਆਪਣੇ ਡੈਡੀ ਨੂੰ ਕਹਿ ਰਹੀ ਸੀ ਨਹੀਂ ਪਾਪਾ ਸਭ ਕੁਝ ਇੱਥੇ ਠੀਕ ਆ, ਤੁਸੀਂ ਫਿਕਰ ਨਾ ਕਰੋ। ਬਾਅਦ ਵਿੱਚ ਇਹਨੇ ਮੈਨੂੰ ਦੱਸਿਆ ਜਦੋਂ ਇਹ ਇੱਥੇ ਪਹੁੰਚ ਗਈ ਰਮਾਨੀਆ ਤਾਂ ਕਹਿੰਦੀ ਮੰਮੀ ਉਸ ਟਾਈਮ ਬੰਬ ਫਟ ਰਿਹਾ ਸੀ ਜਦੋਂ ਮੈਂ ਪਾਪਾ ਨੂੰ ਕਹਿ ਰਹੀ ਸੀ, ਕਿਉਂਕਿ ਮੈਨੂੰ ਇਹ ਸੀ ਵੀ ਪਾਪਾ ਕਿਤੇ ਮੈਨੂੰ ਇਹ ਨਾ ਕਹਿ ਦੇਣ ਕਿ ਤੁਸੀਂ ਵਾਪਸ ਚਲੇ ਜਾਓ। ਮੰਮੀ ਤੁਹਾਨੂੰ ਪਤਾ ਨਹੀਂ ਇੱਥੇ ਮਾਹੌਲ ਕੀ ਆ, ਮਤਲਬ ਮਾਂ ਹੋਣ ਦੇ ਨਾਤੇ ਮੇਰੇ ਮਨ 'ਚ ਤਰ੍ਹਾਂ ਤਰ੍ਹਾਂ ਦੇ ਖਿਆਲ ਹੋਣ। ਇੱਕਦਮ ਮੈਨੂੰ ਪ੍ਰੈਸ਼ਰਾਈਜ਼ ਜਿਹਾ ਕਰਕੇ ਗਿਆ। ਮੈਂ ਕਿਹਾ ਬੇਟਾ ਦੱਸ ਤਾਂ ਸਹੀ ਤੈਨੂੰ ਪ੍ਰੋਬਲਮ ਕੀ ਆ, ਕੁਛ ਹੁੰਦਾ? ਜਿੱਦਾਂ ਮਾਂ ਨੂੰ ਤਾਂ ਕਈ ਕੁਛ ਸੋਚਣ ਪੈ ਜਾਂਦੀਆਂ, ਹਾਏ ਪਤਾ ਨਹੀਂ ਮੇਰੀ ਧੀ ਨੂੰ ਕੋਈ ਕੁਛ ਕਹਿੰਦਾ ਆ ਉੱਥੇ, ਮੇਰੀ ਧੀ ਸ਼ਾਇਦ ਤੰਗ ਆ ਉੱਥੇ। ਯੂਕਰੇਨ 'ਚ ਮੈਡੀਕਲ ਦੀ ਪੜ੍ਹਾਈ ਕਰਨ ਜਿਹੜੇ ਬੱਚੇ ਨੇ ਉੱਥੇ ਫਸ ਗਏ, ਕਿਉਂਕਿ ਰੂਸ ਦਾ ਜਿਹੜਾ ਉੱਥੇ ਮਹਾਂਯੁੱਧ ਚੱਲ ਰਿਹਾ ਹੈਗਾ। ਲੇਕਿਨ ਮਾਤਾ ਪਿਤਾ ਬਹੁਤ ਚਿੰਤਾ ਦੇ ਵਿੱਚ ਹੀ ਆ। ਹਾਲਾਂਕਿ ਸਾਰੇ ਦੇਸ਼ ਵੀ, ਭਾਰਤ ਸਰਕਾਰ ਵੀ ਚਿੰਤਾ ਦੇ ਵਿੱਚ ਹੀ, ਕਿਉਂਕਿ ਇੱਕ ਮਿਸ਼ਨ ਵੀ ਸ਼ੁਰੂ ਕੀਤਾ ਗਿਆ ਕਿ ਉੱਥੋਂ ਜਿਹੜੇ ਬੱਚੇ ਜੇ ਤੇ ਜਾਂ ਜਿਹੜੇ ਭਾਰਤੀ ਨੇ ਉਹ ਵਾਪਸ ਲੈ ਕੇ ਆਉਣੇ। ਸਰਕਾਰ ਪੂਰੀ ਕੋਸ਼ਿਸ਼ ਕਰ ਰਹੀ ਹੈ, ਲੇਕਿਨ ਜਦ ਤੱਕ ਜਿਹੜੇ ਬੱਚੇ ਨੇ ਆਪਣੇ ਘਰਾਂ ਦੇ ਵਿੱਚ ਨਹੀਂ ਪਹੁੰਚਦੇ, ਮਾਤਾ ਪਿਤਾ ਦੀ ਆ ਕੇ ਫਿਰ ਉਹ ਗੋਦੀ 'ਚ ਨਹੀਂ ਖੇਡੇ, ਜੱਫੀਆਂ ਨਹੀਂ ਪਾਈਆਂ ਹੈਗੀਆਂ, ਪਿਆਰ ਮੁਹੱਬਤ ਉਹ ਜਿਹੜੇ ਪਲ ਨੇ ਉਹ ਲਗਾਤਾਰ ਵੇਖਣ ਨੂੰ ਮਿਲ ਰਹੇ ਨੇ, ਕਿਉਂਕਿ ਬੱਚੇ ਆਪਣੀਆਂ ਜ਼ਿੰਦਗੀਆਂ ਬਚਾ ਕੇ ਆਏ ਨੇ। ਔਰ ਮਾਪਿਆਂ ਦੀ ਜਿਹੜੀ ਚਿੰਤਾ ਉਹ ਇੰਨੀ ਜ਼ਿਆਦਾ ਸੀ ਕਿ ਹਰ ਰੋਜ਼ ਦਿਲ ਧੜਕਦਾ ਸੀ, ਚਾਹੇ ਬੱਚੇ ਕਿਸੇ ਦੇ ਵੀ ਹੋਣ। ਲੇਕਿਨ ਖਾਸ ਕਰਕੇ ਜਿਹੜੇ ਭਾਰਤੀ ਆ, ਨਜ਼ਰਾਂ ਉੱਥੇ ਬਣੀਆਂ ਹੋਈਆਂ ਸੀ ਕਿ ਆਖਰ ਜਿਹੜੇ ਭਾਰਤੀ ਬੱਚੇ ਜਾਂ ਸਾਡੇ ਜਿਹੜੇ ਭਾਰਤੀ ਨੇ ਜਿਹੜੇ ਉੱਥੇ ਫਸੇ ਹੋਏ ਨੇ ਉਹ ਵਾਪਸ ਆਉਣੇ ਚਾਹੀਦੇ ਹੈਗੇ ਨੇ। ਅਤੇ ਇਸ ਸਮੇਂ ਚੰਡੀਗੜ੍ਹ 'ਚ ਅਸੀਂ 3 ਬੇਟੀਆਂ ਰਾਤ ਆਈਆਂ ਨੇ ਯੂਕਰੇਨ ਦੇ ਵਿੱਚੋਂ, ਮੈਡੀਕਲ ਦੀ ਪੜ੍ਹਾਈ ਕਰ ਰਹੇ। ਉਹਨਾਂ ਦੇ ਨਾਲ ਗੱਲਬਾਤ ਕਰਾਂਗੇ, ਉਹਨਾਂ ਦੇ ਨਾਲ ਪੇਰੈਂਟਸ ਵੀ ਆ। ਬੱਚਿਆਂ ਨੇ ਉੱਥੇ ਕਿਵੇਂ ਦਿਨ ਕੱਟੇ ਨੇ, ਮਾਪਿਆਂ ਨੇ ਕਿਵੇਂ ਦਿਨ ਬਿਤਾਏ ਨੇ, ਇਹ ਗੱਲਬਾਤ ਕਰਾਂਗੇ। ਔਰ ਸਭ ਤੋਂ ਪਹਿਲਾਂ ਇਹ ਬੇਟੀ, ਇਹ ਵਾਲੇ ਤੁਹਾਡਾ ਕੀ ਨਾਮ ਜੀ? अनमोल, ਅਨਮੋਲ, इशलीन, ਅਸ਼ਲੀਨ ਔਰ सब्रिया, सब्रिया। ਸਬਰੀਆ। ਕਿਵੇਂ ਉੱਥੇ ਤੁਸੀਂ ਦੱਸੋ ਕਿ ਯੂਕਰੇਨ ਦੇ ਕਿਹੜੀ ਸਟੇਟ ਦੇ ਵਿੱਚ ਸੀ ਤੁਸੀਂ, ਔਰ ਕਿਹੜੇ ਈਅਰ ਕਰੇ ਮੈਡੀਕਲ, ਫਸਟ ਈਅਰ ਜਾਂ ਸੈਕੰਡ ਈਅਰ? ਆਪਾਂ ਖਾਰਕਿਵ 'ਚ ਸੀਗੇ, ਆਪਾਂ ਸੈਕਿੰਡ ਈਅਰ 'ਚ ਆ। ਇਸ਼ਲੀਨ ਦੀ ਫਲਾਈਟ ਸੀਗੀ ਉਦੋਂ ਜਿੱਦਣ ਐਕਸਪਲੋਜਨ ਹੋਈ ਹੈ, ਕੀਵ 'ਚ ਸੀਗੀ। ਅਤੇ ਫਿਰ ਉੱਥੋਂ ਨਿਕਲਣਾ ਕਾਫੀ ਔਖਾ ਸੀਗਾ, ਮਤਲਬ ਕੀਵ 'ਚੋਂ ਜ਼ਿਆਦਾ ਨਿਕਲਣਾ ਔਖਾ ਹੈ। ਅਸੀਂ ਤਾਂ ਫਿਰ ਮੈਟਰੋ 'ਚ ਕੁਛ ਦਿਨ ਕੱਢ ਲਏ। ਫਿਰ ਆਪਾਂ ਵੀ ਕਿਉਂਕਿ ਇਹ ਪਹੁੰਚ ਗਈ ਸੀ ਹੰਗਰੀ, ਫਿਰ ਇਹਦੇ ਵੱਲ ਵੇਖ ਕੇ ਸਾਨੂੰ ਵੀ ਹੋਇਆ ਕਿ ਆਪਾਂ ਵੀ ਨਿਕਲੀਏ ਉੱਥੋਂ। ਅਤੇ ਫਿਰ ਆਪਾਂ ਵੀ ਮਤਲਬ ਆਪਣੀ ਜਰਨੀ ਸ਼ੁਰੂ ਕੀਤੀ ਉਦੋਂ। ਆਪਾਂ ਉੱਥੋਂ ਮੈਟਰੋ ਤੋਂ ਨਿਕਲ ਕੇ ਆਪਾਂ 8 ਕਿਲੋਮੀਟਰ ਦੂਰ ਆ ਸਾਡੇ ਤੋਂ ਰੇਲਵੇ ਸਟੇਸ਼ਨ, ਅਸੀਂ ਉੱਥੇ ਗਏ। ਫਿਰ ਸਾਨੂੰ ਯੂਕਰੇਨੀਅਨ ਇੱਦਾਂ ਧੱਕੇ ਮਾਰਦੇ ਪਏ ਸੀਗੇ, ਉਹ ਇੰਡੀਅਨ ਨੂੰ ਚੜ੍ਹਨ ਨਹੀਂ ਦਿੰਦੇ ਸੀਗੇ। ਫਿਰ ਆਪਾਂ $100 ਦਿੱਤਾ। ਫਿਰ ਉਹਨਾਂ ਨੇ ਸਾਨੂੰ, ਮਤਲਬ ਸਾਡੇ ਨਾਲ ਸੀਨੀਅਰ ਸੀਗੇ, ਉਹਨਾਂ ਨੂੰ ਲੈਂਗੁਏਜ ਆਉਂਦੀ, ਫਿਰ ਉਹਨਾਂ ਦੀ ਹੈਲਪ ਨਾਲ ਆਪਾਂ ਟ੍ਰੇਨ 'ਚ ਬੈਠੇ। ਫਿਰ ਆਪਾਂ 24 ਆਵਰ ਟ੍ਰੇਨ 'ਚ ਰਹੇ ਉੱਥੇ। ਅਤੇ ਸਾਡੇ ਨਾਲ ਅਸੀਂ ਬੈਠੇ ਸੀਗੇ ਉਹ ਕੈਬਿਨ 'ਚ, ਕਾਫੀ ਲੋਕ ਸੀਗੇ, ਮਤਲਬ 10-12 ਜਣੇ ਹੋਣਗੇ। ਅਤੇ ਫਿਰ ਆਪਾਂ ਉਹ ਤੋਂ ਬਾਅਦ ਲਵੀਵ ਪਹੁੰਚ ਕੇ ਵੀ ਕਾਫੀ ਭੀੜ ਸੀਗੀ। ਜੇ ਬੱਸ ਜਾਂਦੀ ਵੀ ਉਹ ਸਿਰਫ ਯੂਕਰੇਨੀਅਨ ਨੂੰ ਲੈ ਕੇ ਚਲੀ ਜਾਂਦੀ ਸੀਗੀ, ਇੰਡੀਅਨਸ ਨੂੰ ਥੋੜ੍ਹਾ ਔਖਾ ਹੁੰਦਾ ਪਿਆ ਸੀਗਾ। ਅਸੀਂ ਫਿਰ ਉਹ ਇੱਕ ਸਾਡੇ ਸੀਨੀਅਰ ਸੀਗੇ, ਉਹਨਾਂ ਦੀ ਕਿਸੇ ਇੰਡੀਅਨ ਐਮਬੈਸੀ ਨਾਲ ਕਿ ਪਤਾ ਨਹੀਂ ਕਿਸੇ ਏਜੰਟ ਨਾਲ ਗੱਲ ਹੋਈ ਸੀਗੀ। ਫਿਰ ਉਹਨੇ ਬੱਸ ਵਾਲੇ ਨੂੰ ਕਿਹਾ ਸੀਗਾ ਕਿ ਇੱਦਾਂ ਰੋਮਾਨੀਆ ਦੇ ਕਿਸੇ ਬਾਰਡਰ 'ਤੇ
ਪਹੁੰਚਾ ਦਿਓ ਉਹਨਾਂ ਨੂੰ। ਫਿਰ ਜਿਹੜਾ ਬੱਸ ਵਾਲਾ ਸੀਗਾ ਉਹ ਕਹਿੰਦਾ ਕਿ ਮੈਨੂੰ ਪਹਿਲਾਂ ਪੇ ਕਰੋ ਤੁਸੀਂ 2-2000 ਗ੍ਰੇਵਨ, ਫਿਰ ਆਪਾਂ ਚੱਲੂਗੇ। ਫਿਰ ਆਪਾਂ ਉਹਨੂੰ ਵੀ ਪੇ ਕੀਤਾ। ਫਿਰ ਆਪਾਂ ਜਦੋਂ ਬਾਰਡਰ 'ਤੇ ਪਹੁੰਚੇ ਉਹ ਫਿਰ ਸਾਨੂੰ ਸਰ ਮਿਲੇ ਸੀਗੇ ਜਿਨ੍ਹਾਂ ਨੇ ਬੱਸ ਵਾਲੇ ਨਾਲ ਗੱਲ ਕੀਤੀ। ਉਹ ਕਹਿੰਦੇ ਕਿ ਸਭ ਫ੍ਰੀ ਸੀਗਾ। ਆਪਾਂ ਇੱਦਾਂ ਸੀਗੇ ਕਿ ਆਪਾਂ ਤਾਂ ਇੰਨਾ ਪੇ ਕਰਕੇ ਆਏ ਹਾਂ, ਹੈ ਨਾ। ਅਤੇ ਟ੍ਰੇਨ 'ਚ ਵੀ ਹੈ ਨਾ, ਰਸਤੇ 'ਚ ਵੀ, ਹਰ ਜਗ੍ਹਾ ਖਾਣੇ ਦਾ ਵੀ ਕੁਛ ਮਿਲ ਨਹੀਂ ਰਿਹਾ ਸੀਗਾ ਉੱਥੇ। ਅਤੇ ਬਸ ਇੱਦਾਂ ਆਪਾਂ ਪਹੁੰਚ ਗਏ ਉੱਥੇ। 8 ਕਿਲੋਮੀਟਰ ਜਿਹੜਾ ਮੈਟਰੋ ਸਟੇਸ਼ਨ ਤੱਕ ਪੈਦਲ ਗਏ? ਹਾਂਜੀ, ਆਪਾਂ ਪੈਦਲ ਗਏ ਸੀਗੇ। ਮਤਲਬ ਆਪਾਂ ਦੌੜ ਕੇ ਗਏ ਸੀਗੇ ਕਿ ਐਕਸਪਲੋਜਨ ਹੋ ਜੂਗੀ ਹੁਣ ਇੱਦਾਂ। ਫਿਰ ਆਪਾਂ ਮਤਲਬ ਮੁਸ਼ਕਿਲ ਨਾਲ ਹੀ ਪਹੁੰਚੇ ਸੀਗੇ ਉੱਥੇ। ਜਿਹੜਾ ਟ੍ਰੇਨ ਵਾਲਾ ਸਫ਼ਰ ਹੈਗਾ ਉਹ ਕਿਵੇਂ, ਉੱਥੇ ਖਾਣ ਪੀਣ ਵਾਸਤੇ ਜਾਂ ਕਹਿ ਰਹੇ ਕਿ ਬਹੁਤ ਜ਼ਿਆਦਾ ਖਬਰਾਂ ਨੇ ਕਿ ਪੀਣ ਵਾਸਤੇ ਪਾਣੀ ਵੀ ਨਹੀਂ ਸੀ? ਹਾਂਜੀ, ਕੁਛ ਵੀ ਨਹੀਂ ਸੀਗਾ ਸਾਡੇ ਕੋਲ। ਸਾਡੇ ਕੋਲ 2 ਐਪਲ ਸੀਗੇ ਅਤੇ ਆਪਾਂ ਉਹਦੇ ਨਾਲ ਹੀ ਟਾਈਮ ਕੱਢਿਆ ਉੱਥੇ। ਪਾਣੀ ਵੀ ਸਾਡੇ ਕੋਲ ਸੀਗਾ, ਉਹ ਟੈਪ ਵਾਟਰ ਹੀ ਆਪਾਂ ਭਰਿਆ ਹੋਇਆ ਸੀਗਾ, ਉਹੀ ਸੀਗਾ। ਅਤੇ ਉਹਦੇ ਨਾਲ ਹੀ ਆਪਾਂ ਟਾਈਮ ਕੱਢਿਆ। ਨਾਲੇ ਟ੍ਰੇਨ ਥੋੜ੍ਹੀ ਹੌਲੀ ਚੱਲਦੀ ਸੀ, ਉਹਦੇ ਨਾਲ ਕਾਫੀ ਜ਼ਿਆਦਾ ਟਾਈਮ ਲੱਗਾ ਉਹਨਾਂ ਨੂੰ। ਅਤੇ ਨਾਲੇ ਸਭ ਬਲੈਕ ਆਊਟ ਕਰਤਾ ਸੀਗਾ ਉਹਨਾਂ ਨੇ, ਕਿਉਂਕਿ ਐਕਸਪਲੋਜਨ ਵਗੈਰਾ ਨਾ ਹੋ ਜੇ। ਕੀਵ 'ਚ ਜਦੋਂ ਆਪਾਂ ਨਿਕਲੇ ਹਾਂ ਉਦੋਂ ਤਾਂ ਸਾਨੂੰ ਦਿਖਦਾ ਪਿਆ ਸੀਗਾ ਸਭ ਕਿ ਕਿਵੇਂ ਆ, ਕਿ ਇੱਦਾਂ ਸ਼ੈਲਿੰਗ ਹੁੰਦੀ ਪਈ ਆ, ਇੱਦਾਂ ਏਅਰ ਸਟਰਾਈਕ, ਸਭ ਦਿਖਦਾ ਪਿਆ ਸੀ ਸਾਨੂੰ। ਮੈਟਰੋ ਓਪਨ ਆ ਕਿ ਵੈਸੇ ਬਾਹਰੋਂ ਦੇਖ ਰਹੇ ਸੀ ਵਿੰਡੋ ਥਾਨੀ ਤੋਂ? ਨਹੀਂ, ਵਿੰਡੋ ਥਾਂ ਨਹੀਂ ਦੇਖਦੇ ਪਏ ਸੀਗੇ। ਤੇ ਕਿਵੇਂ ਦੇ ਖਿਆਲ ਕਿਵੇਂ ਦੇ ਸੀ? ਬਸ ਇੱਦਾਂ ਹੀ ਕਿ ਬਚ ਕੇ ਨਿਕਲ ਜਾਈਏ। ਕਾਫੀ ਸਹਿਮੇ ਹੋਏ ਸਾਰੇ ਬੱਚੇ, ਡਰੇ? ਹਾਂਜੀ, ਸਾਰੇ ਜਿੰਨੇ ਵੀ ਸੀਗੇ ਬੱਚੇ। ਜਿੱਦਾਂ ਸਾਡੇ ਨਾਲ ਨਾ ਯੂਕਰੇਨੀਅਨ ਫੈਮਿਲੀ ਸੀਗੀ, ਉਹ ਛੋਟੀ ਜਿਹੀ ਬੱਚੀ ਆਪਣੇ ਮੰਮਾ ਨੂੰ ਆਪਣੀ ਲੈਂਗੁਏਜ ਪੁੱਛਦੀ ਸੀਗੀ ਕੀ ਹੋਇਆ। ਫਿਰ ਉਹਨੂੰ ਕਹਿੰਦੀ ਕੁਛ ਨਹੀਂ ਆ। ਫਿਰ ਇੱਕ ਹੋਰ ਆਂਟੀ ਉਹਨਾਂ ਤੋਂ ਨਾ ਇੱਦਾਂ ਹੀ ਵੈਸੇ ਹੀ ਉਹਨਾਂ ਨੂੰ ਮਤਲਬ ਡਾਇਵਰਟ ਕਰਨ ਲਈ, ਉਹਨਾਂ ਦਾ ਮਾਇੰਡ ਡਾਇਵਰਟ ਕਰਨ ਲਈ ਉੱਦਾਂ ਹੀ ਉਹਨਾਂ ਤੋਂ ABC ਵਗੈਰਾ ਇੱਦਾਂ ਪੁੱਛਣ ਲੱਗ ਗਈ। ਫਿਰ ਬੱਚਿਆਂ ਦਾ ਮਤਲਬ ਉੱਥੋਂ ਮਾਇੰਡ ਡਾਇਵਰਟ ਕਰਦੇ, ਫਿਰ ਉਹਨੂੰ ਫਿਰ ਆਵਾਜ਼ ਆਉਂਦੀ, ਫਿਰ ਉਹ ਫਿਰ ਪੁੱਛਦੀ ਕਿਆ ਕੀ ਹੋਇਆ। ਫਿਰ ਮਤਲਬ ਕਾਫੀ ਔਖਾ ਸੀਗਾ, ਇੰਡੀਅਨਸ ਦਾ ਵੀ ਯੂਕਰੇਨੀਅਨਸ ਦਾ ਵੀ। ਤੇ ਜਦੋਂ ਮੈਟਰੋ 'ਚ ਜਿਹੜੇ ਯੂਕਰੇਨਸ ਵਾਲੇ ਲੋਕ ਸੀ ਉਹ ਹੈਲਪਫੁਲ ਨਹੀਂ ਸੀ ਕਿ ਜਾਂ ਉਹ ਆਪਣੀਆਂ ਜ਼ਿਆਦਾ ਪ੍ਰਾਇੋਰਟੀ ਉਹਨਾਂ ਨੂੰ ਦੇ ਰਹੇ? ਆਪਣੇ ਆਪ ਨੂੰ ਮਤਲਬ ਜਿਹੜੇ ਯੂਕਰੇਨੀਅਨ ਸੀਗੇ ਉਹ ਯੂਕਰੇਨੀਅਨ ਨੂੰ ਜ਼ਿਆਦਾ ਪ੍ਰਾਇੋਰਟੀ ਦਿੰਦੇ ਸੀ, ਕਿਉਂਕਿ ਓਵੀਅਸ ਉਹਨਾਂ ਦੇ ਸਿਟੀਜ਼ਨਸ ਨੇ। ਅਤੇ ਇੰਡੀਅਨਸ ਨੂੰ ਤਾਂ ਇੰਨਾ ਕੁਛ ਉਹਨਾਂ ਨੇ ਸਮਝਿਆ ਨਹੀਂ। ਮਤਲਬ ਆਪਾਂ ਪੇ ਕਰਕੇ ਆਏ ਜਾਂ ਸਾਨੂੰ ਧੱਕੇ ਧੁੱਕੇ ਮਾਰਦੇ ਸੀਗੇ, ਮਤਲਬ ਮੁਸ਼ਕਿਲ ਨਾਲ ਹੀ ਚੜ੍ਹ ਕੇ ਆਏ ਹਾਂ ਆਪਾਂ। ਫਿਰ ਫਲਾਈਟ ਕਿੱਥੋਂ ਲਈ ਤੁਸੀਂ ਇੰਡੀਆ ਵੱਲ? ਰੋਮਾਨੀਆ ਤੋਂ ਹੀ ਸਾਨੂੰ ਮਿਲ ਗਈ ਸੀਗੀ। ਮਤਲਬ ਆਪਾਂ 2-3 ਦਿਨ ਸ਼ੈਲਟਰ 'ਚ ਰਹੇ ਹਾਂ। ਫਿਰ ਉਦੋਂ ਬਾਅਦ ਸਾਨੂੰ ਆਏ ਸੀਗੇ, ਐਮਬੈਸੀ ਤੋਂ ਹੀ ਆਏ ਸੀਗੇ। ਉਹ ਫਿਰ ਸਾਨੂੰ ਕਹਿੰਦੇ ਕਿ ਤੁਹਾਡੀ ਪਹਿਲਾਂ ਤਾਂ ਉਹਨਾਂ ਨੇ ਬੁਚਾਰੈਸਟ ਲੈ ਕੇ ਜਾਣਾ ਸੀਗਾ ਸਾਨੂੰ, ਪਰ ਫਿਰ ਸਾਡੇ ਲਾਗੇ ਹੀ ਸ਼ੈਲਟਰ ਦੇ ਲਾਗੇ ਇੱਕ ਏਅਰਪੋਰਟ ਸੀਗਾ, ਉਹ ਇੱਧਰ ਡੋਮੈਸਟਿਕ ਫਲਾਈਟ ਲਈ ਸੀਗਾ। ਫਿਰ ਕਹਿੰਦੇ ਉੱਥੋਂ ਆਪਾਂ ਤੁਹਾਡੀ ਫਲਾਈਟ ਅਰੇਂਜ ਕਰਤੀ ਆ। ਫਿਰ ਉੱਥੋਂ ਸਾਡੀ ਟਰਨ ਆ ਗਈ ਸੀ ਜਲਦੀ, ਮਤਲਬ ਸ਼ੈਲਟਰ ਦੇ ਲਾਗੇ ਹੀ ਸੀਗਾ। ਫਿਰ ਆਪਾਂ ਉੱਥੋਂ ਫਲਾਈਟ 'ਚ ਬਹਿ ਕੇ ਦਿੱਲੀ ਆ ਗਏ। ਫਲਾਈਟ 'ਚ ਵੀ ਸਾਨੂੰ ਦਿੱਤਾ ਸੀਗਾ ਖਾਣ ਨੂੰ ਉਹਨਾਂ ਨੇ। ਤੁਸੀਂ इंडिया वास्ते पहले बुक करवा ली थी अपनी फ़्लाइट? हाँ जी, मेरे 24 की फ़्लाइट थी, तो इसलिए मैं 23 को चली थी रात को खारकीव से। तो जैसे मैं एयरपोर्ट पे पहुंची तो वहाँ एक्सप्लोजन्स वगैरह हो गए, तो हमारी बस आगे को निकल के बस स्टेशन तक गई। बस स्टेशन से हम कैसे भी मेट्रो करके पैदल चल के हम लोग एम्बेसी तक पहुँचे। फिर वहाँ पे एम्बेसी वालों ने हमें 4-5 घंटे बाहर खड़ा के रखा। उसके बाद उन्होंने स्कूल अरेंज करवाया हमारे रहने के लिए। वहाँ पे हम 3 दिन रहे। मतलब लिमिटेड खाना पानी था, मतलब बिल्कुल ही कम था। दिन के 4-5 चम्मच चावल मिलते थे और तो कुछ नहीं। फिर 3rd डे पे एम्बेसी वालों ने बोला कि ये जो स्कूल है ये बॉम्ब शेल्टर नहीं है, तो आप रेलवे स्टेशन जाओ, आपके लिए हमने बुक करा रखी हैं ट्रेन वगैरह। पर हम वहाँ गए तो वहाँ पे ऐसा कुछ था तो नहीं। फिर हमने खुद से अपने पैसे $100 वगैरह दे के कैसे भी करके आए। तो वहाँ पे हम 5 जने साथ में थे, तो हमने एक साथ में किया। फिर उसके बाद हमारी 16 आवर्स की जर्नी थी वहाँ पे पूरे यूक्रेन में कर्फ्यू था। तो जहाँ पे हम पहुँचे वहाँ से हम आगे नहीं कहीं जा सकते थे। तो हमने रात को हॉस्टल बुक करा के वहाँ पे रुक के सुबह अपने लिए वैन बुक करा के बॉर्डर पहुँचे। बॉर्डर पे हमें ट्रेन की टिकट बुक कराई, वहाँ पे लाइन में लगे, सब कुछ किया। फिर बॉर्डर क्रॉस करके भी वापस ट्रेन से हम बुदापेस्ट में हंगरी से आई हूँ, बुदापेस्ट गए। बॉर्डर क्रॉस करने के बाद तो पूरा अच्छा ट्रीटमेंट था, सब कुछ था। तो वहाँ पे मेरे को 4 दिन बाद उसके बाद मेरी फ़्लाइट थी। तो आप तो फिर अकेले फंस गए होंगे ना जब फ़्लाइट आपकी ऑलरेडी बुक थी? हाँ, पर वहाँ पे इंडियंस काफ़ी थे तो बन गए थे, सबके साथ ही थे तो ठीक था। तो सबके साथ रह के हो गया था। तो कैसी टफ रही जर्नी? काफ़ी टफ जर्नी तो टफ ही थी, इजी तो कुछ था नहीं वहाँ पे अब।
ਤੁਸੀਂ ਕਿਹੜੇ ਸ਼ਹਿਰ ਦੇ ਵਿੱਚ ਸੀ? ਖਾਰਕਿਵ। ਅਸੀਂ ਇਹ ਕੀਵ 'ਚ ਫਸ ਗਏ ਸੀ ਤੇ ਅਸੀਂ ਦੋ ਤੇ ਸਾਡੇ ਨਾਲ ਦੋ ਹੋਰ ਦੋਸਤ ਸੀ, ਅਸੀਂ ਸਾਰੇ ਖਾਰਕਿਵ 'ਚ ਫਸ ਗਏ ਸੀ। ਜਿਸ ਦਿਨ ਇਸ਼ਲੀਨ ਦੀ ਟ੍ਰੇਨ ਸੀ ਅਸੀਂ ਇਹਨੂੰ ਸਾਰੇ ਛੱਡਣ ਗਏ ਤੇ ਅਗਲੇ ਦਿਨ ਸਵੇਰੇ ਹੀ ਐਕਸਪਲੋਜਨ ਹੋ ਗਿਆ ਤੇ ਨਾਲ ਹੀ ਸਾਨੂੰ ਐਡਵਾਈਜ਼ਰੀ ਦੇ ਦਿੱਤੀ ਜਿਹੜੇ ਸਾਡੇ ਏਜੰਟ ਨੇ ਉੱਥੇ ਕਿ ਤੁਸੀਂ ਫਟਾਫਟ ਮੈਟਰੋ ਸ਼ੈਲਟਰਸ ਦੇ ਵਿੱਚ ਆ ਜਾਓ। ਸਾਨੂੰ ਲੱਗਾ 2-3 ਦਿਨ ਦੀ ਗੱਲ ਹੋਣੀ ਹੈ, ਇਸ ਚੱਕਰ 'ਚ ਨਾ ਤਾਂ ਅਸੀਂ ਆਪਣਾ ਕੋਈ ਸਮਾਨ ਚੱਕਿਆ ਨਾ ਡਾਕੂਮੈਂਟ ਚੱਕੇ, ਸਭ ਦੇ ਸਭ ਸਾਡੇ ਫਲੈਟਸ ਜਿਹੜੇ ਸਾਨੂੰ ਮਿਲਣੇ ਹੁੰਦੇ ਉੱਥੇ ਹੀ ਰਹਿ ਗਏ। ਤੇ ਅਸੀਂ ਕਿਹਾ 2 ਦਿਨ ਦੀ ਗੱਲ ਆ, ਅਸੀਂ 2 ਦਿਨ ਦਾ ਸੋਚ ਕੇ ਆਪਣਾ ਥੋੜ੍ਹਾ ਬਹੁਤ ਸਮਾਨ ਲੈ ਕੇ ਚਲੇ ਗਏ, ਨਾ ਖਾਣ ਨੂੰ ਕੁਝ ਸੀ ਨਾ ਵਾਸਤਾ। ਪਰ ਜਿੱਦਾਂ ਹੀ ਫਿਰ ਰਾਤ ਹੋਈ ਤੇ ਰਾਤ ਨੂੰ ਜਿਹੜੇ ਐਕਸਪਲੋਜਨ ਸੀ ਉਹ ਵੱਧਦੇ ਗਏ ਤੇ ਜਿਹੜੇ ਸਾਡੇ ਏਜੰਟ ਸੀ ਫਿਰ ਉਹਨਾਂ ਨੇ ਸਾਨੂੰ ਇਹੀ ਕਿਹਾ ਕਿ ਤੁਹਾਡੇ ਲਈ ਇਹੀ ਬੈਟਰ ਆ ਕਿ ਤੁਸੀਂ ਮੈਟਰੋ 'ਚ ਹੀ ਰਹੋ। ਤੇ ਸਾਨੂੰ ਇੱਕ ਦਿਨ ਲਈ ਜਿੱਦਾਂ ਉੱਥੇ ਯੂਕਰੇਨ 'ਚ ਹੈ ਕਿ ਕਰਫਿਊ ਲੱਗ ਜਾਂਦਾ ਹੈ ਤੇ ਉਹ ਕਰਫਿਊ ਸਵੇਰ ਨੂੰ ਖੁੱਲ੍ਹਦਾ ਹੈ ਸਿਰਫ 1 ਘੰਟੇ ਲਈ ਤੇ ਮੈਟਰੋ ਮੂਟਰੋ ਸਭ ਸੀਲ ਹੋ ਜਾਂਦੀ ਹੈ। ਤੋ ਜਦੋਂ ਸਵੇਰ ਨੂੰ ਕਰਫਿਊ ਖੁੱਲ੍ਹਦਾ ਹੁੰਦਾ ਸੀ 6 ਵਜੇ, ਅਸੀਂ ਸਾਰੇ ਭੱਜਦੇ ਹੁੰਦੇ ਸੀ। ਇੱਕ ਸਾਡੀ ਫਰੈਂਡ ਸੀ ਨਾਲ ਹੋਰ, ਉਹਦਾ ਮੈਟਰੋ ਦੇ ਨੇੜੇ ਫਲੈਟ ਹੁੰਦਾ ਸੀ, ਪਰ ਪੁਆਇੰਟ ਇਹ ਸੀ ਕਿ ਉਹਦਾ ਜਿਹੜਾ ਫਲੈਟ ਸੀ ਉਹ ਬਿਲਡਿੰਗ ਦੇ ਸਭ ਤੋਂ ਟੌਪ ਫਲੋਰ 'ਤੇ ਸੀਗਾ। ਤੇ ਜਦੋਂ ਹੀ ਬਾਹਰ ਐਕਸਪਲੋਜਨ ਹੁੰਦਾ ਸੀ ਜਾਂ ਸ਼ੈਲਿੰਗ ਹੁੰਦੀ ਸੀ ਤਾਂ ਮਤਲਬ ਵਿੰਡੋਜ਼ ਬਹੁਤ ਖੜਕਦੀਆਂ ਹੁੰਦੀਆਂ ਸੀ। ਪਰ ਸਾਨੂੰ ਇਹ ਸੀ ਕਿ ਸਾਡੇ ਤੋਂ ਖਾਣ ਨੂੰ ਤਾਂ ਕੁਝ ਹੈ ਨਹੀਂ, ਹੁਣ ਕੁਛ ਨਾ ਕੁਛ ਤਾਂ ਕਰਨਾ ਪੈਣਾ। ਤਾਂ ਅਸੀਂ ਉਹਦੇ ਫਲੈਟ 'ਚ ਜਾਂਦੇ ਸੀ, ਕਰਫਿਊ ਖੁੱਲ੍ਹਦਾ ਸੀ, ਫਲੈਟ 'ਚ ਜਾ ਕੇ ਅਸੀਂ ਰੋਟੀ ਬਣਾਉਂਦੇ ਹੁੰਦੇ ਸੀ 1 ਘੰਟੇ ਲਈ। 2-2 ਬੰਦੇ ਦੀ ਸ਼ਿਫਟ ਲਾਈ ਹੁੰਦੀ ਸੀ, ਮੈਂ ਤੇ ਅਨਮੋਲ ਰੋਟੀ ਬਣਾਉਂਦੇ ਹੁੰਦੇ ਸੀ ਤੇ 2 ਬੰਦੇ ਇਹ ਦੇਖਦੇ ਹੁੰਦੇ ਸੀਗੇ ਕਿ ਬਾਹਰ ਜੇ ਬੋਮ ਬੂਮ ਆ ਜਾਂ ਜੋ ਲੋਕੀ ਭੱਜ ਰਹੇ ਆ ਤਾਂ ਅਸੀਂ ਫਟਾਫਟ ਥੱਲੇ ਭੱਜ ਕੇ ਜਾਈਏ। ਤਾਂ 6 ਦਿਨ ਤਾਂ ਅਸੀਂ ਬਿਲਕੁਲ ਇੱਦਾਂ ਹੀ ਕੱਟੇ ਆ। ਮੈਟਰੋ ਦੇ ਵਿੱਚ ਵੀ ਜੇ ਅਸੀਂ ਸੌਂਦੇ ਸੀ ਤਾਂ 2-2 ਦੀ ਸ਼ਿਫਟਿੰਗ 'ਚ ਸੌਂਦੇ ਸੀ, ਮਤਲਬ ਅਸੀਂ ਗੱਦੇ ਵਗੈਰਾ ਸਭ ਲੈ ਗਏ ਸੀ। ਤੇ ਨਾਲ ਹੀ ਯੂਕਰੇਨੀਅਨ ਪੀਪਲ ਸੀ, ਉਸ ਨਾਲ ਹੀ ਸਾਊਥ ਇੰਡੀਅਨ ਸੀ। ਸਾਊਥ ਇੰਡੀਅਨਸ ਲੋਕ ਸਾਡੀ ਮਤਲਬ ਬਹੁਤ ਹੈਲਪ ਕਰਦੇ ਪਏ ਸੀ ਕਿਉਂਕਿ ਅਸੀਂ 2nd ਈਅਰ ਦੇ ਸਟੂਡੈਂਟ ਸੀ, ਨਾ ਸਾਨੂੰ ਲੈਂਗੁਏਜ ਆਉਂਦੀ ਸੀ ਨਾ ਸਾਨੂੰ ਇੰਟਰੈਕਟ ਕਰਨਾ ਹੁੰਦਾ ਸੀ ਉਹਨਾਂ ਪੀਪਲ ਦੇ ਨਾਲ। ਤੋ ਔਖੇ ਨਾਲ ਹੀ ਦਿਨ ਕੱਢਿਆ। ਮਤਲਬ ਇੱਕ ਪੁਆਇੰਟ ਤਾਂ ਇੱਧਰ ਆ ਗਿਆ ਸੀ ਜਦੋਂ ਸਾਡਾ ਲਾਸਟ ਦਿਨ ਸੀ ਉੱਥੇ ਰਹਿਣ ਦਾ ਕਿ ਯੂਕਰੇਨੀਅਨ ਪੀਪਲ ਮਤਲਬ ਜਦ ਅਸੀਂ ਕੁਝ ਖਾਂਦੇ ਸੀ ਤਾਂ ਯੂਕਰੇਨੀਅਨ ਪੀਪਲ ਸਾਨੂੰ ਇੱਦਾਂ ਦੇਖ ਰਹੇ ਹੁੰਦੇ ਸੀ ਵੀ ਹੁਣ ਆਏ ਝਪੱਟਾ ਮਾਰਿਆ ਲੈ ਗਏ ਤੁਹਾਤੋਂ। ਤਾਂ ਫਿਰ ਸਾਨੂੰ ਇਹ ਹੁੰਦਾ ਸੀ ਵੀ ਜੇ ਹੁਣ 2-3 ਦਿਨ ਹੋਰ ਇੱਥੇ ਰਹੇ ਤਾਂ ਫਿਰ ਇਹਨਾਂ ਨੇ ਸਾਨੂੰ ਮਤਲਬ ਸ਼ੁਰੂ ਕਰ ਦੇਣਾ ਹੈ ਨਾ ਸਾਡੇ ਅਗੇਂਸਟ ਜਾਣਾ। ਤੋ ਨਾ ਤਾਂ ਕੋਆਪਰੇਟ ਕਰਦੇ ਸੀ ਕਿਉਂਕਿ ਇੰਡੀਅਨ ਗਵਰਨਮੈਂਟ ਨੇ ਉਹਨਾਂ ਦੀ ਗਵਰਨਮੈਂਟ ਨਾਲ ਕੋਆਪਰੇਟ ਨਹੀਂ ਕੀਤਾ। ਤੋ ਉਹ ਮੂੰਹ ਤੇ ਮਤਲਬ ਕਹਿੰਦੇ ਹੁੰਦੇ ਸੀ ਕਿ ਤੁਹਾਡੀ ਗਵਰਨਮੈਂਟ ਨੇ ਸਾਡੇ ਨਾਲ ਕੋਆਪਰੇਟ ਨਹੀਂ ਕੀਤਾ ਤਾਂ ਅਸੀਂ ਤੁਹਾਡੇ ਨਾਲ ਕੋਆਪਰੇਟ ਨਹੀਂ ਕਰ ਰਹੇ। ਤੁਸੀਂ ਉੱਥੇ ਫਾਈਟਰ ਦੇ ਤੌਰ ਤੇ ਰਹਿਣਾ ਪਿਆ ਕਿ ਨਾ, ਫੌਜੀ ਦੇ ਤੌਰ? ਬਿਲਕੁਲ। ਇਹ ਕਿ ਅਸੀਂ ਸਾਨੂੰ ਇਸ਼ਲੀਨ ਦਾ ਜ਼ਿਆਦਾ ਹੁੰਦਾ ਸੀ ਕਿਉਂਕਿ ਇਸ਼ਲੀਨ ਕੱਲੀ ਉੱਥੇ ਸੀ। ਅਸੀਂ ਆਪਣੇ ਆਪ ਨੂੰ ਇਹੀ ਕਹਿ ਕੇ ਹੌਸਲਾ ਦਿੰਦੇ ਹੁੰਦੇ ਸੀ ਕਿ ਜੇ ਇਸ਼ਲੀਨ ਨੇ ਕਰ ਲਿਆ ਅਸੀਂ ਤਾਂ ਫਿਰ ਵੀ ਇਕੱਠੇ ਅਸੀਂ ਵੀ ਕਰ ਲਾਂਗੇ। ਤਾਂ ਫਿਰ ਜਿਸ ਦਿਨ ਇਸ਼ਲੀਨ ਨੇ ਬਾਰਡਰ ਪਾਰ ਕਰ ਦਿੱਤਾ ਫਿਰ ਉਸ ਦਿਨ ਅਸੀਂ ਵੀ ਸੋਚ ਲਿਆ ਵੀ ਹੁਣ ਬੈਟਰ ਆ ਕਿ ਅਸੀਂ ਵੀ ਇੱਥੋਂ ਨਿਕਲ ਜਾਈਏ। ਤਾਂ ਫਿਰ ਅਸੀਂ ਅਗਲੇ ਦਿਨ ਮਤਲਬ ਬੈਗ ਪੈਕ ਕੀਤੇ, ਕਰਫਿਊ ਖੁੱਲ੍ਹਿਆ, ਅਸੀਂ ਸਿੱਧਾ ਹੀ ਥੋੜ੍ਹਾ ਬਹੁਤ ਕੱਪੜੇ ਲਏ ਤੇ ਅਸੀਂ ਚਲੇ ਗਏ ਸਟੇਸ਼ਨ 'ਤੇ। ਸਟੇਸ਼ਨ ਸੀ 8 ਕਿਲੋਮੀਟਰ ਦੂਰ, ਨਾ ਕੋਈ ਕੈਬ ਮਿਲਦੀ ਪਈ ਸੀ ਨਾ ਕੁਝ ਵਾਸਤਾ ਸੀਗਾ। ਤਾਂ ਭੱਜ ਕੇ ਜਾਣਾ ਪੈ ਰਿਹਾ ਸੀ ਕਿਉਂਕਿ ਸਾਨੂੰ ਕਿਸੇ ਨੇ ਮਤਲਬ ਸਾਡੇ ਸੀਨੀਅਰਸ ਨੇ ਕਿਹਾ ਸੀ ਕਿ ਇਸ ਟਾਈਮ ਸਟੇਸ਼ਨ 'ਤੇ ਭੀੜ ਘੱਟ ਆ। ਤਾਂ ਸਾਨੂੰ ਇਹ ਸੀ ਵੀ ਜੇ ਪਹਿਲੀ ਟ੍ਰੇਨ ਮਿਲ ਗਈ ਨਹੀਂ ਤਾਂ ਪੂਰੇ ਦਿਨ 'ਚ 3-4 ਟ੍ਰੇਨਾਂ ਚੱਲਣੀਆਂ ਸੀ, ਵੀ ਅੱਜ ਤਾਂ ਜਾਣਾ ਹੀ ਹੈ ਇੱਥੋਂ, ਵੀ ਕਿਸੇ ਵੀ ਟ੍ਰੇਨ 'ਚ ਚੜ੍ਹ ਜਾਵਾਂਗੇ। ਪਰ ਫਿਰ ਸੀਨੀਅਰਸ ਨੇ ਕਰਵਾ ਦਿੱਤਾ, ਜਦੋਂ ਉਹਨਾਂ ਨੇ ਪੈਸੇ ਦੇ ਦਿੱਤੇ ਉੱਥੇ ਦੇ ਆਫਿਸਰਸ ਨੂੰ। ਫਿਰ ਉਹਨਾਂ ਨੇ ਸਾਨੂੰ ਪਹਿਲਾਂ ਤਾਂ ਚੜ੍ਹਾ ਨਹੀਂ ਰਹੇ ਸੀ, ਪੈਸੇ ਲੈ ਕੇ ਵੀ ਚੜ੍ਹਾਉਂਦੇ ਨਹੀਂ ਪਏ ਸੀ, ਪਰ ਫਿਰ ਉਹਨਾਂ ਨੇ ਕਿਸੇ ਤਰ੍ਹਾਂ ਜੁਗਾੜ ਲਾ ਕੇ ਕੁਛ ਨਾ ਕੁਛ ਕਰਾ ਕੇ ਸਾਨੂੰ ਮਤਲਬ ਟ੍ਰੇਨ 'ਚ ਚੜ੍ਹਾ ਦਿੱਤਾ। ਫਿਰ 24 ਘੰਟੇ ਅਸੀਂ ਇੱਕੋ ਹੀ ਕੰਪਾਰਟਮੈਂਟ 'ਚ ਕੱਢੇ। ਮਤਲਬ ਕਾਫੀ 12 ਬੰਦੇ 13 14 ਬੰਦੇ ਇੱਕੋ ਹੀ ਕੰਪਾਰਟਮੈਂਟ 'ਚ ਘੁਸੇ ਪਏ ਸੀ ਉੱਥੇ ਹੀ। ਕੋਈ ਆਪਣੇ ਪੈਟਸ ਨਾਲ ਲੈ ਕੇ ਆਇਆ ਸੀ, ਕੋਈ ਕੁਛ ਮਤਲਬ ਜਿਹੜੇ ਕੰਪਾਰਟਮੈਂਟ 'ਚ ਮੈਂ ਤੇ ਇਸ਼ਲੀਨ ਬੈਠੇ ਸੀ ਉੱਥੇ ਤਾਂ ਚੂਹੇ ਕੁੱਤੇ ਸਭ ਸੀ। ਮਤਲਬ ਇਹ ਉੱਥੇ ਲੋਕਾਂ ਨੇ ਚੂਹੇ ਵੀ ਰੱਖੇ ਹੈਗੇ? ਨਹੀਂ, ਉਹ ਜਿੱਦਾਂ ਹੁੰਦਾ ਨਾ ਕਿ ਵਾਰ ਦੇ ਜਦ ਤੁਸੀਂ ਵਾਰ 'ਚ ਹੁੰਦੇ ਆ ਤਾਂ ਤੁਹਾਨੂੰ ਹਰ ਚੀਜ਼ ਦੇ ਕੋਲ ਸਦਭਾਵਨਾ 'ਚ ਜਾਗ ਜਾਂਦੀ ਹੈ ਕਿ ਚਲੋ ਅਸੀਂ ਬਚ ਰਹੇ ਹਾਂ ਇਹਨੂੰ ਵੀ ਬਚਾਈਏ। ਤਾਂ ਉਹ ਸ਼ਾਇਦ ਟ੍ਰੇਨ ਦੇ ਟੋਇਲਟ ਦੇ ਵਿੱਚੋਂ ਚੂਹਾ ਲੈ ਕੇ ਆਏ ਸੀ ਤਾਂ ਉਹਨੂੰ ਉਹ ਡੱਬੇ 'ਚ ਪਾ ਕੇ ਸਾਂਭਦੇ ਪਏ ਸੀ। ਫਿਰ ਅਸੀਂ ਵੀ ਕੁਝ ਨਹੀਂ ਕਿਹਾ ਕਿ ਅਸੀਂ ਬਚ ਰਹੇ ਹਾਂ, ਇਹ ਵੀ ਬਚ ਜਾਵੇ, ਕੀ ਹੁੰਦਾ। ਅੱਛਾ, ਉਹ ਫਿਲਮਾਂ ਦੇ ਵਿੱਚ ਤੇ ਕਹਾਣੀਆਂ ਦੇਖੀਆਂ ਹੋਣਾ, ਹੁਣ ਤੇ ਤੁਸੀਂ ਰੀਅਲ ਆਪਣੇ ਆਪ ਤੇ ਦੇਖਿਆ ਗਿਆ ਜੇ ਹੀਰੋ ਉੱਤੇ ਕਿੱਦਾਂ ਦੀਆਂ ਕਹਾਣੀਆਂ ਤੇ ਫਿਲਮਾਂ 'ਚ ਹੀ ਦੇਖ ਦੋਗੇ, ਕੋਈ ਲੜਾਈ ਲੱਗ ਰਹੀ ਹੈ, ਬੰਦੇ ਭੱਜ ਰਹੇ ਜਾਣ, ਵਿਚਾਰੇ ਇੱਕ ਦੂਜੇ ਦੀ ਮਦਦ ਕਰ ਰਹੇ ਨੇ। हाँ, यही था, मम्मा पापा का कॉल आता था, ये बोलते थे मूवी वाला लग रहा है सारा सीन, कि जैसे ऐसे बोलते थे हमको स्कूल में कि मूवमेंट नहीं करनी है, बाहर पता नहीं लगना चाहिए, अंधेरे में रहना, ये सब। तो ऐसे ही था, पूरा मूवी वाला ही लगता था कि ये तो रियल लाइफ में तो ऐसे कभी सोचा नहीं था ऐसा कुछ होगा। ਕਿੱਡਾ ਵੱਡਾ ਲੈਸਨ ਮਿਲਿਆ ਜ਼ਿੰਦਗੀ ਦੇ ਜਿੰਨਾ ਤੁਸੀਂ ਉੱਥੇ ਐਜ ਫੌਜੀ ਦੇ ਤੌਰ ਤੇ ਜਾਂ ਫਾਈਟਰ ਦੇ ਤੌਰ ਤੇ ਰਹਿ ਕੇ ਆਏ? ਇੱਕ ਮਤਲਬ ਹਰੇਕ ਚੀਜ਼ ਦੀ ਇੰਪੋਰਟੈਂਸ ਪਤਾ ਲੱਗ ਗਈ ਕਿ ਖਾਣਾ ਕੀ ਹੁੰਦਾ ਹੈ, ਥੋੜ੍ਹੇ 'ਚ ਵੀ ਕਿੱਦਾਂ ਮੈਨੇਜ ਕਰਨਾ ਹੈ, ਕਿਉਂਕਿ ਆਪਾਂ ਜਿੱਦਾਂ ਰਹਿੰਦੇ ਹੀ ਸਾਨੂੰ ਮਤਲਬ ਪੂਰਾ ਆਪਾਂ ਵਧੀਆ ਖਾਂਦੇ ਹੈ ਨਾ, ਕਿ ਪੂਰਾ ਨੂੰ ਪਤਾ ਲੱਗ ਗਿਆ ਕਿ ਥੋੜ੍ਹਾ ਕਿੱਦਾਂ ਖਾਣਾ ਹੈ, ਕਿਸੇ ਦੀ ਹੈਲਪ ਵੀ ਕਰਨੀ ਕਿੰਨਾ ਇੰਪੋਰਟੈਂਟ ਆ, ਮਤਲਬ
ਕਿ ਮਤਲਬ ਐਜ਼ ਅ ਹਿਊਮੈਨਿਟੀ ਕੀ ਚੀਜ਼ ਹੁੰਦੀ ਆ ਉਹਦਾ ਪਤਾ ਲੱਗ ਗਿਆ ਸੀਗਾ। ਮਤਲਬ ਹਰ ਇੱਕ ਚੀਜ਼ ਦੀ ਇੰਪੋਰਟੈਂਸ ਪਤਾ ਲੱਗ ਗਈ ਸਾਨੂੰ ਉਦੋਂ ਕਿ ਕੀ ਹੁੰਦਾ ਆ, ਕਿ ਕਿੱਦਾਂ ਮੈਨੇਜ ਕਰਨਾ ਆ, ਕਿ ਆਪਾਂ ਮਤਲਬ ਐਵੇਂ ਸ਼ਾਏ ਰਹਿ ਕੇ ਜਾਂ ਮਤਲਬ ਇਹਦਾ ਚੁੱਪ ਰਹਿ ਕੇ ਕੁਛ ਨਹੀਂ ਹੋਣ ਵਾਲਾ, ਸਾਨੂੰ ਖੁਦ ਕਰਨਾ ਪਊਗਾ ਜੋ ਵੀ ਕਰਨਾ ਆ, ਮਤਲਬ ਆਪਣੇ ਸਿਰ ਤੇ ਹੀ ਆ ਜੋ ਵੀ ਆ। ਸਾਨੂੰ ਉਦੋਂ ਇਹ ਸਮਝ ਆਈ। ਆਪਸੀ ਕਿੰਨਾ ਇੱਕ ਦੂਜੇ ਦਾ ਸਹਿਯੋਗ ਰਿਹਾ ਹੈਗਾ? ਨਹੀਂ ਮਤਲਬ ਸਾਡਾ ਫਰੈਂਡ ਸਰਕਲ ਕਾਫੀ ਵਧੀਆ ਹੈ, ਤਾਂ ਆਪਾਂ ਇੱਕ ਦੂਜੇ ਦੀ ਹੈਲਪ ਕਰਦੇ ਸੀਗੇ ਕਿ ਅਗਰ ਜਿੱਦਾਂ ਸਾਨੂੰ ਕੁਛ ਨਹੀਂ ਪਤਾ ਲੱਗਦਾ ਸੀ, ਇਹਨੇ ਬਾਰਡਰ ਕ੍ਰੋਸ ਕਰ ਲਿਆ ਸੀਗਾ, ਸਾਨੂੰ ਸਭ ਦੱਸਦੀ ਗਈ ਕਿ ਇੱਥੋਂ ਇੱਦਾਂ ਨਿਕਲਣਾ ਆ, ਇੱਦਾਂ ਆ ਟ੍ਰੇਨ ਦਾ, ਇੱਦਾਂ ਆ, ਇੱਥੋਂ ਤੁਸੀਂ ਇੱਦਾਂ ਕਰ ਲਿਓ, ਸਾਨੂੰ ਸਭ ਦੱਸਿਆ ਇਹਨੇ। ਅਤੇ ਜਿੱਦਾਂ ਖਾਣੇ ਦਾ ਵੀ ਸੀਗਾ ਉਹ ਵੀ ਆਪਾਂ ਮਤਲਬ ਇੱਕ ਦੂਜੇ ਨਾਲ ਅਗਰ ਥੋੜ੍ਹਾ ਸੀਗਾ ਤਾਂ ਵੀ ਆਪਾਂ ਪੂਰਾ ਕਰਕੇ ਖਾਂਦੇ ਸੀਗੇ ਕਿ ਉਹ ਨਾ ਭੁੱਖਾ ਰਹਿ ਜੇ ਜਾਂ ਸਭ ਇੱਦਾਂ। ਤੁਸੀਂ ਅਸ਼ਲੀਨ ਦੇ ਫਾਦਰ ਹੈ, ਕਿਵੇਂ ਦਿਨ ਕੱਟੇ ਹੈਗੇ? ਬਸ ਪਹਿਲੇ ਦਿਨ ਤੇ ਸਾਨੂੰ ਇਹ ਲੱਗਾ ਕਿ ਚਲੋ ਕੱਲ੍ਹ ਦੀ ਫਲਾਈਟ ਆਈ ਜਾਣੀ ਆ, ਅਸੀਂ ਸੀ ਕਿ ਚਲੋ ਬੇਟੀ ਕੱਲ੍ਹ ਆ ਜਾਏਗੀ। ਬਟ ਜਦੋਂ ਦੁਪਹਿਰੇ 12 ਕੁ ਵਜੇ ਫੋਨ ਤੇ ਗੱਲ ਹੋਈ, 10-11 ਵਜੇ, ਇਹ ਕਹਿੰਦੇ ਕਿ ਅਸੀਂ 에ਅਰਪੋਰਟ ਪਹੁੰਚੇ ਸੀ ਅਤੇ ਉੱਥੋਂ ਕਾਲਜ ਦੇ ਵਿੱਚੋਂ 에ਅਰਪੋਰਟ ਤੋਂ ਬੱਚੇ ਭੱਜ ਰਹੇ ਸੀ। ਅਸੀਂ ਪੁੱਛਿਆ, ਉਹ ਕਹਿੰਦੇ ਅਟੈਕ ਹੋ ਗਿਆ। ਬਟ ਫਿਰ ਇਹ ਆਪਣੇ ਸੀਨੀਅਰ ਨਾਲ ਜਦੋਂ ਅੰਬੈਸੀ ਪਹੁੰਚ ਗਏ ਅਤੇ ਅਸੀਂ ਕੰਫਰਟੇਬਲ ਸੀ ਕਿ ਇੰਡੀਅਨ ਅੰਬੈਸੀ ਪਹੁੰਚ ਗਏ ਨੇ ਅਤੇ ਉਹ ਇਸ ਤੋਂ ਸੇਫ ਜਗ੍ਹਾ ਕੋਈ ਹੋ ਨਹੀਂ ਸਕਦੀ। ਉਹਨਾਂ ਨੇ ਫਿਰ ਇਹਨਾਂ ਨੂੰ ਲਾਗੇ ਇੱਕ ਸਕੂਲ ਵਿੱਚ ਸ਼ਿਫਟ ਕਰਤਾ। 2 ਦਿਨ ਤੱਕ ਖਾਣਾ ਇਹਨਾਂ ਨੂੰ ਠੀਕ ਘੱਟ ਮਿਲਦਾ ਸੀ, ਬਟ ਅਸੀਂ ਰਿਲੈਕਸ ਸੀ ਕਿ ਇੰਡੀਅਨ ਅੰਬੈਸੀ ਵਿੱਚ ਹੈਗੇ ਆ ਅਤੇ ਕੰਫਰਟੇਬਲ ਆ। ਬਟ 3rd ਡੇ ਜਦੋਂ ਇਹਨਾਂ ਨੂੰ ਕਿਹਾ ਕਿ ਤੁਸੀਂ ਆਪਣੇ ਆਪ ਬਾਰਡਰ 'ਤੇ ਚੱਲ ਜਾਓ, ਤੁਹਾਡੇ ਵਾਸਤੇ ਅਸੀਂ ਟ੍ਰੇਨ ਕਰਤੀ ਹੈ, ਬੱਸ 'ਤੇ ਬਿਠਾਇਆ, ਸਟੇਸ਼ਨ ਟਰੱਕ 'ਤੇ ਸਟੇਸ਼ਨ 'ਤੇ ਛੱਡਤਾ। ਉੱਥੇ ਕੋਈ ਟ੍ਰੇਨ ਨਹੀਂ ਸੀ, ਕੁਛ ਨਹੀਂ। ਇਹ ਮਤਲਬ ਕਿ ਬੜੇ ਟੈਨਸ਼ਨ ਹੋਈ ਸੀ ਕਿ ਅਸੀਂ ਹੁਣ ਕੀ ਕਰੀਏ। ਇੱਥੇ ਸਾਨੂੰ ਵੀ ਟੈਨਸ਼ਨ ਹੋ ਰਹੀ ਸੀ, ਬਟ ਬਾਏ ਗੋਡ ਇਹਨਾਂ ਨੂੰ ਟ੍ਰੇਨ ਮਿਲ ਗਈ। $100 ਦੀ ਇਹਨਾਂ ਨੇ ਟਿਕਟ ਲਈ, ਥੱਲੇ ਬਹਿ ਕੇ 16-17 ਘੰਟੇ ਸਫ਼ਰ ਕੀਤਾ, ਬਾਰਡਰ 'ਤੇ ਜਾ ਕੇ ਇਮੀਗ੍ਰੇਸ਼ਨ ਹਾਲੈਂਡ ਦੀ ਲਈ, ਫਿਰ ਅਸੀਂ ਰਿਲੈਕਸ ਹੋ ਗਏ ਸੀ। ਬਟ ਉਹ ਜਿਹੜੇ 2-3 ਦਿਨ ਪਹਿਲੇ ਸੀ ਉਹ ਸਾਨੂੰ ਬਹੁਤ ਟੈਨਸ਼ਨ ਸੀ। ਮੈਨੂੰ ਵਾਈਫ ਤੇ ਬਹੁਤ ਜ਼ਿਆਦਾ ਟੈਨਸ਼ਨ ਸੀ। ਚਲੋ ਮੈਨੂੰ ਤਾਂ ਇਹ ਸੀ ਕਿ ਇੰਡੀਅਨ ਐਮਬੈਸੀ ਵਿੱਚ ਹੈਗੇ ਆ ਅਤੇ ਸੇਫ ਨੇ। ਅੱਛਾ, ਮਦਰ ਤੇ ਬਹੁਤ ਹੁੰਦਾ ਨਾ, ਬੰਦਾ ਥੋੜਾ ਜਿਹਾ ਸ਼ੋਅ ਨਹੀਂ ਕਰਦਾ, ਲੇਡੀਜ਼ ਤੇ ਰੋਕ ਨਹੀਂ ਪੈਂਦੀ ਆਪਣੇ ਨੂੰ ਕਿ ਇੱਕ ਧੀ ਜਾਂ ਪੁੱਤ ਕੋਈ ਵੀ ਫਸਿਆ ਹੋਵੇ ਔਰ ਉੱਪਰੋਂ ਬੰਬਾਰੀ, ਕੋਈ ਆਸ ਨਹੀਂ ਹੁੰਦੀ, ਪਰ ਇਹ ਚਲੋ ਰੱਬ ਭਗਵਾਨ ਦੇ आसरे ही ज़िंदगी कट रहे हैं। नहीं, मेरे साथ तो ऐसा एक्सपीरियंस हुआ जब मुझे पता लगा कि ये ऐसे फंस गई है, इसकी फ़्लाइट में नहीं चढ़ने दिया, तो मैंने अपने आप को आई जस्ट कॉल्ड हर, इसको फ़ोन किया तो ये कह रही है मामा कंट्रोल कंट्रोल। मैंने कहा हाँ ठीक है कंट्रोल है। मैंने कहा अगर मैंने ऐसे शो किया, नो डाउट मैं अपने आंसू नहीं रोक पा रही थी, पर जब मैंने इसको देखा कि नहीं मेरे बेटे को स्ट्रॉन्ग, बच्चे को स्ट्रॉन्ग होना पड़ेगा, मैं स्ट्रॉन्ग होंगी तो मेरा बच्चा स्ट्रॉन्ग होएगा, मैंने काफ़ी उस टाइम पे अपने कंट्रोल किया। मैंने कहा कहती मम्मा आपको फ़ोन नहीं करूँगी, आप मेरे से बात नहीं करोगे, विल मैसेज यू। हाँ, ये इन टच रही, पूरा टाइम मैसेज करती रही। 1-2 बार बीच में फ़ोन हुआ। फिर जब अम्बेसी पहुँच गई, जैसे इसके पापा ने बताया कि हमें थोड़ा रिलैक्स था कि चलो अम्बेसी में पहुँच गए, आ जाएगी। फिर जब इसने कहा ना कि रेलवे स्टेशन जा रहे हैं, तो उस टाइम मुझे थोड़ा याद है कि मैं ना घर से निकली वॉक के लिए, आई वॉज वेरी डिस्टर्ब्ड। निकली तो मैं मंदिर जाके बैठ गई, तो मैंने बस आई वॉज क्राइंग देयर एंड आई वॉज प्रेइंग देयर। मैं मंदिर से बाहर निकली, मुझे न्यूज़ मिली कि ये रेलवे स्टेशन खड़ी है, इसको अब ट्रेन मिल जाएगी। आई वॉज सो लाइक कि भगवान इतनी जल्दी सुन ली। उसके बाद से तो मैंने जो गुरुद्वारा, जो मंदिर, जो भी हो, जहाँ भी जाना है, मैंने स्टार्ट कर दिया। मैंने कहा बस उधर से बस ये प्रेयर थी कि ये किसी ना किसी तरह बॉर्डर के पास पहुँच जाए। जब ये क्या था, इवानो कोई प्लेस है, वहाँ पहुँची बॉर्डर के पास। वहाँ पे इनको रहने, रात को पहुँची है, वहाँ पे रहने की जगह नहीं मिल रही थी इनको, पर दे सेइंग कि लड़कियाँ अलग रहेंगी, लड़के अलग रहेंगे। देवर 5 इन अ ग्रुप, 3 लड़कियाँ थी, 2 लड़के थे। तो मैंने कहा नहीं, यू शुड स्टे उनकी इकट्ठे, बिकॉज लड़कियों को यू नेवर नो क्या कर दें, कैसे इकट्ठे रहना है, डोंट सेपरेट। फिर उन्होंने कहीं ऐसी जगह ढूंढ के फिर मनी ट्रांसफ़र उनकी, मैं बच्चे की कहती हूँ कि माई डॉटर इज़ रियली बोल्ड, मेरे से ज़्यादा, कि इसने वहाँ जाके अपने आप को कैसे इसने मनी एक्सचेंज करवाया, कैसे इसने खाने का 5 दिन बाद इनको खाना मिला। 5 दिन खाने के बाद कि इसने कैसे, बस अब देखोगे ना, उसने सूटकेस भर के इसने इतना स्टोर कर लिया कि यहाँ तक इसका खाना आ गया है। कहती ये लो यूक्रेन की ब्रेड खाओ, ये लो यूक्रेन की सॉस खाओ, उनकी लाइक अब ऐसे कर रही है। बट उस टाइम इतना मुश्किल था ना, वो 5 दिन निकालने हैं। जब ये 6th डे पहुँची है ना, हमने फिर उस नेक्स्ट डे वैन नहीं मिल रही इसको। वैन के लिए भी इतना स्ट्रगल किया, कैसे वैन वाले को बोला कि भैया एक्स्ट्रा पैसे ले लो, हमें बॉर्डर तक छोड़ाओ। मेन स्ट्रगल हमारी टेंशन क्या थी, कौन से बॉर्डर पर जाए, रोमानिया या
पोलैंड या हंगरी, मैंने किस किस को मैसेज नहीं किया। जो हमारे पास इंक्वायरी के लिए नंबर आए थे, हर एक को आई वाज रिक्वेस्टिंग। मैंने आरजे मीनाक्षी को, शी हेल्प्ड मी, उसने अपने स्टेटस में डाला, उसने अपने ट्विटर किया, ट्वीट किया, उसने सब कुछ हेल्प की उन्होंने मेरी। एंड मैंने किस किस को, जो हरदीप सिंह पुरी, उनको कांटेक्ट करने की हमने ट्राई की। एंड उन्होंने भी कहा नहीं, आपकी बेटी को बोलो हंगरी आ जाए, वहाँ से उसको मिल जाएगी। तो उन्होंने काफ़ी हेल्प की। तो उधर से भी अब मेरी मॉम इज़ इन आरएसएस, तो वो उन्होंने अपने अधिकारियों को, उनके फ़ोन आने लगे फिर इसको अधिकारियों के, कि जो आरएसएस वाले काफ़ी जगह हैं ना, सभी जगह हैं, तो उनके फ़ोन आने लग गए। दिनेश जी हैं कोई, आई डोंट नो, बहुत हाई लेवल पे, तो उनके फ़ोन आए। फिर जब हंगरी पहुंच गई ना, और वहाँ पे शी वाज नॉट कैरिंग मोर लाइक हैवी जैकेट, बहुत पतली जैकेट में आई थी क्योंकि इसकी फ़्लाइट थी। हंगरी आके बता रही मम्मा आई एम फ्रीजिंग। वो फिर टेंशन, ओह गॉड, ये इसको कुछ सब ठीक मिल जाए। फिर वहाँ जाके इसको वहाँ पे ठीक इंडियन एम्बेसी ने इनको टेक केयर किया, इनको होटल में रखा। उधर तो शी वाज काम एंड शॉपिंग। ਰਾਤ ਜਦੋਂ ਆਈ ਉਹ पल किस तरह ਦੇ जी? रात में एक्चुअली मुझे न्यूज़ मिल गई थी कि आज इसको फ़्लाइट मिल जाएगी। मैं यहाँ से चली गई दिल्ली गई, तो उसका था कि 2 बजे फ़्लाइट आएगी। वहाँ से हम वेट करें कि 2 बजे कैसे पता चलेगा, बिकॉज इसका फ़ोन ऑफ था, सब था। 2:30 मुझे मैसेज आ रहा है कि मम्मा आई विल रीच 6:30 पहुँचेंगे। मैंने कहा अच्छा। तो 6 o'clock आई वॉज एट एयरपोर्ट। हमने ज़्यादा शोर मचा दिया एयरपोर्ट पे, बट शी वॉज एम्बैरेस्ड, कहती आप क्या कर रहे हो। ओबियसली बच्चा आ रहा है, तो फिर इट वॉज मुश्किल थी, पूरी रात निकालना थोड़ा मुश्किल हो रहा था। कि फिर भी हम रिलैक्स है कि ये हंगरी पहुंच के इंडियन गवर्नमेंट के पास है, तो वो लेके आ रहे हैं। स्टिल जो पहले के 4-5 दिन है ना, रात है, वो नहीं सोई गई थी। ये टेम्परेचर काफ़ी लो। काफ़ी ठंड थी वहाँ पे, मतलब स्नोफॉल हो रही थी, माइनस में तो टेम्परेचर था, और ठंड तो काफ़ी, और बॉर्डर एरिया के पास तो और भी ज़्यादा बहुत ठंड थी। तो मुश्किल था वहाँ पे रहना, तो काफ़ी मुश्किल था, क्योंकि शेल्टर तो ज़्यादा था नहीं। वो तो बस कीव में था जब तक हम इंडियन एम्बेसी के साथ थे, तब तक था। उसके बाद तो खुद से ही सब करना था, तो थोड़ा मुश्किल था ठंड। ਸਾਡੇ ਨਾਲ ਹੋਰ ਵੀ ਪੇਰੈਂਟਸ, ਤੁਸੀਂ ਫਗਵਾੜੇ ਤੋਂ ਕਿਵੇਂ ਦਿਨ ਕੱਟੇ ਔਰ ਬੇਟੀ ਨੇ ਕਿਵੇਂ, ਆਪਸੀ ਗੱਲਬਾਤ ਹੁੰਦੀ ਰਹੀ? ਆਪਸੀ ਗੱਲਬਾਤ ਹੁੰਦੀ ਰਹੀ ਹੈ ਵੀ ਸ਼ੁਕਰ ਹੈ ਟੈਕਨੋਲੋਜੀ ਦਾ ਕਿ ਉੱਥੇ ਇੰਟਰਨੈਟ ਅਵੇਲੇਬਲ ਸੀਗਾ, ਬੱਚੇ ਨਾਲ ਗੱਲ ਹੁੰਦੀ ਰਹੀ ਹੈ। ਦਿਨ ਬੜੇ ਔਖੇ ਕੱਢੇ ਹੈਗੇ ਆ ਜੀ। ਤਕਰੀਬਨ 3 ਵਜੇ ਉੱਠ ਕੇ ਮੈਂ ਮੈਸੇਜ ਦੇਖਦਾ ਸੀ। ਰਾਤ ਨੂੰ ਕੀ ਇਹਦਾ ਨੈਟ ਚੱਲਦਾ ਪਿਆ ਆ। ਮੈਂ ਇਹਦੀ ਮਦਰ ਨੂੰ ਵੀ ਨਹੀਂ ਸੀ ਦੱਸਦਾ ਕਿ ਸ਼ਾਇਦ ਇਹ ਚਿੰਤਾ ਕਰੂਗੀ, ਕਿਉਂਕਿ ਥੋੜ੍ਹਾ ਜਿਹਾ ਟੈਂਪਰੇਚਰ ਹੋ ਜਾਂਦਾ ਉਸ ਤਰ੍ਹਾਂ ਦਾ, ਫਿਰ ਔਖਾ ਹੋ ਜਾਂਦਾ ਇਹਨੂੰ ਵੀ ਹੈਂਡਲ ਕਰਨਾ। ਇਹਨੂੰ ਮੈਸੇਜ ਕਰਕੇ ਦੇਖਦਾ ਸੀ ਰਾਤ ਨੂੰ ਕਿ ਹਾਂ ਇਹਦਾ ਇੰਟਰਨੈਟ ਚੱਲ ਰਿਹਾ ਕਿ ਨਹੀਂ ਚੱਲ ਰਿਹਾ। ਅਤੇ ਮੈਨੂੰ ਖਬਰ ਮਿਲੀ ਕਿ ਇੱਥੇ ਰੇਲਵੇ ਸਟੇਸ਼ਨ 'ਤੇ ਬੰਬ ਫਟਿਆ, ਅਤੇ ਮੈਂ ਉਸੇ ਵੇਲੇ ਮੈਸੇਜ ਕੀਤਾ। ਨਹੀਂ, ਮੈਨੂੰ ਤਾਂ ਲੱਗਦਾ ਕਿ ਇੱਕ ਬਰੇਵ ਨਿਕਲੇ ਸਨ, ਬਰੇਵ, ਬਹੁਤ ਜ਼ਿਆਦਾ ਬਰੇਵ। ਇਹ ਸਾਨੂੰ ਵੀ ਹੌਸਲਾ ਦੇ ਰਹੀ ਸੀ। ਮੈਂ ਜੇ ਕਹਿਣਾ ਬੇਟਾ ਤੂੰ ਠੀਕ ਹੈ, ਮੰਮੀ ਨਹੀਂ ਮੈਂ ਤਾਂ ਠੀਕ ਹਾਂ, ਤੁਸੀਂ ਠੀਕ ਕਰਿਓ। ਮੈਂ ਕਹਿਣਾ ਨਹੀਂ ਮੈਂ ਵੀ ਠੀਕ ਹਾਂ, ਨਹੀਂ ਮੰਮੀ ਤੁਸੀਂ ਠੀਕ ਕਰਿਓ, ਮੈਂ ਠੀਕ ਹਾਂ। ਜਿਸ ਦਿਨ ਇਹਨੇ ਸਾਨੂੰ ਦੱਸਿਆ ਨਾ ਵੀ ਅੱਜ ਅਸੀਂ ਮੈਟਰੋ ਤੋਂ ਨਿਕਲਣਾ, ਇਹਦੇ ਡੈਡੀ ਬਹੁਤ ਹੀ ਮਤਲਬ ਟੈਨਸ਼ਨ ਲੈਣ, ਕਹਿੰਦੇ ਨਾ ਪਰਮਜੀਤ ਬਾਹਰ ਨਾ ਨਿਕਲੇ, ਕਿਤੇ ਇਦਾਂ ਨਾ ਹੋਵੇ ਵੀ ਬੰਬ ਫਟ ਜਾਵੇ, ਫੇਰ ਪ੍ਰੋਬਲਮ ਹੋ ਜਾਣੀ। ਦੇਖੋ ਸਾਡੀ ਬੇਟੀ ਹੈ ਨਾ, ਉੱਥੇ ਮੈਟਰੋ ਤੇ ਖੜੀ ਨੂੰ ਬੰਬ ਫਟਿਆ ਹੋਇਆ ਸੀ, ਤਾਂ ਆਪਣੇ ਡੈਡੀ ਨੂੰ ਕਹਿ ਰਹੀ ਸੀ ਨਹੀਂ ਪਾਪਾ ਸਭ ਕੁਝ ਇੱਥੇ ਠੀਕ ਆ, ਤੁਸੀਂ ਫਿਕਰ ਨਾ ਕਰੋ। ਬਾਅਦ ਵਿੱਚ ਇਹਨੇ ਮੈਨੂੰ ਦੱਸਿਆ ਜਦੋਂ ਇਹ ਇੱਥੇ ਪਹੁੰਚ ਗਈ ਰਮਾਨੀਆ, ਤਾਂ ਕਹਿੰਦੀ ਮੰਮੀ ਉਸ ਟਾਈਮ ਬੰਬ ਫਟ ਰਿਹਾ ਸੀ ਜਦੋਂ ਮੈਂ ਪਾਪਾ ਨੂੰ ਕਹਿ ਰਹੀ ਸੀ, ਕਿਉਂਕਿ ਮੈਨੂੰ ਇਹ ਸੀ ਵੀ ਪਾਪਾ ਕਿਤੇ ਮੈਨੂੰ ਇਹ ਨਾ ਕਹਿ ਦੇਣ ਕਿ ਤੁਸੀਂ ਵਾਪਸ ਚਲੇ ਜਾਓ, ਕਿਉਂਕਿ ਸਾਨੂੰ ਪਤਾ ਸੀ ਇੱਥੇ ਦੇ ਮਾਹੌਲ ਦਾ। ਅਸੀਂ ਇੱਦਾਂ ਸੋਚਦੇ ਸੀ, ਅਸੀਂ ਕਿ ਚਲੋ ਮੈਟਰੋ ਦੇ ਵਿੱਚ ਆ ਤਾਂ ਇਹ ਸੇਫ ਆ। ਲੇਕਿਨ ਜਿਸ ਦਿਨ ਇਹਨੇ ਮੇਰੇ ਨਾਲ ਗੱਲ ਕੀਤੀ ਹੈ ਨਾ, ਮੰਮੀ ਤੁਹਾਨੂੰ ਪਤਾ ਨਹੀਂ ਇੱਥੇ ਮਾਹੌਲ ਕੀ ਆ, ਮਤਲਬ ਮਾਂ ਹੋਣ ਦੇ ਨਾਤੇ ਮੇਰੇ ਮਨ 'ਚ ਤਰ੍ਹਾਂ ਦੇ ਖਿਆਲ ਹੋਣ। ਇੱਕਦਮ ਮੈਨੂੰ ਪ੍ਰੈਸ਼ਰਾਈਜ਼ ਜਿਹਾ ਕਰਕੇ ਕਿਹਾ। ਮੈਂ ਕਿਹਾ ਬੇਟਾ ਦੱਸ ਤਾਂ ਸਹੀ ਤੈਨੂੰ ਪ੍ਰੋਬਲਮ ਕੀ ਆ, ਕੁਛ ਹੁੰਦਾ? ਜਿੱਦਾਂ ਮਾਂ ਨੂੰ ਤਾਂ ਕਈ ਕੁਛ ਸੋਚਣ ਪੈ ਜਾਂਦੀਆਂ, ਹਾਏ ਪਤਾ ਨਹੀਂ ਮੇਰੀ ਧੀ ਨੂੰ ਕੋਈ ਕੁਛ ਕਹਿੰਦਾ ਆ ਉੱਥੇ, ਮੇਰੀ ਧੀ ਸ਼ਾਇਦ ਤੰਗ ਆ ਉੱਥੇ, ਕਿਸ ਤਰ੍ਹਾਂ ਦਾ ਉੱਥੇ ਮਾਹੌਲ ਹੋਊਗਾ ਜਿਹੜਾ ਇਹ ਇਸ ਤਰ੍ਹਾਂ ਇਹਨੇ ਕਿਹਾ। ਫਿਰ ਇਹਨੇ ਕਹਿੰਦੀ ਮੰਮੀ ਅਸੀਂ ਅੱਜ ਇੱਥੋਂ ਚਲੇ ਜਾਣਾ ਰੇਲਵੇ ਸਟੇਸ਼ਨ ਲਈ, ਅਸੀਂ ਕਿਸੇ ਨਾ ਕਿਸੇ ਬਾਰਡਰ 'ਚ ਪਾਰ ਕਰਕੇ ਇੰਡੀਆ ਫੇਰ ਆ ਸਕਣਾ। ਮੈਂ ਕਿਹਾ ਬੇਟਾ ਤੈਨੂੰ ਹੁਣ ਇੱਥੇ ਪਤਾ ਆ ਕਿਸ ਤਰ੍ਹਾਂ ਦਾ ਮਾਹੌਲ ਆ, ਤੈਨੂੰ ਜਿੱਦਾਂ ਠੀਕ ਲੱਗਦਾ ਤੁਸੀਂ ਉਸੇ ਤਰ੍ਹਾਂ ਕਰ ਲੈ, ਚਲੋ ਨਿਕਲ ਜਾਓ। ਜੋ ਅਸੀਂ ਹੈ ਨਾ, ਜਿਸ ਤਰ੍ਹਾਂ ਅਸੀਂ ਬਹੁਤ ਮੰਨਦੀ, ਮੇਰੀ ਬੇਟੀ ਤੇ ਮੈਂ, ਅਸੀਂ ਬਹੁਤ ਲੱਖਾਂ ਦੇ ਦਾਤਾ ਜੀ ਨੂੰ ਮੰਨਦੇ। ਬਸ ਮੈਂ ਤਾਂ ਉਹਨਾਂ ਬਾਰੇ ਸੀ ਫਰਿਆਦ ਕਿ ਮੇਰੀ ਬੇਟੀ ਜਿਸ ਤਰ੍ਹਾਂ ਇਹ ਉਹਨਾਂ ਦੀ ਸੇਵਾ ਕਰਦੀ ਆ, ਬਸ ਇਸੇ ਤਰ੍ਹਾਂ ਠੀਕ ਠਾਕ ਘਰ ਆ ਜਾਵੇ।
ਜੀ ਕਾਫੀ ਜਜ਼ਬਾਤੀ ਮਾਹੌਲ ਹੋ ਗਿਆ, ਅਸੀਂ ਜ਼ਿਆਦਾ ਕੀ ਗੱਲ ਕਰਨੀ ਹੁਣ ਬੇਟਾ। ਗਵਰਨਮੈਂਟ ਆਫ ਇੰਡੀਆ ਤੋਂ ਕੀ ਕੋਈ ਡਿਮਾਂਡ ਰੱਖ ਰਹੇ ਕਿ ਜਿਹੜੇ ਸਾਡੇ, ਕਿਉਂਕਿ ਉੱਥੇ ਇੰਟਰਨੈਟ ਚੱਲਣੇ, ਆਨਲਾਈਨ ਪੜ੍ਹਾਈ ਵੀ ਬੜੀ ਮੁਸ਼ਕਿਲ ਹੈਗੀ ਹੈ, ਕੀ ਕੁਝ ਸੋਚਿਆ ਜਾਂ ਆਪਸ ਦੇ ਵਿੱਚ ਗੱਲਬਾਤ ਕੀਤੀ ਹੋਏਗੀ ਕਿ ਕਿਵੇਂ ਹੁਣ ਸਰਕਾਰ ਨੂੰ ਸਟੈਪ ਲੈਣਾ ਚਾਹੀਦਾ ਵੀ ਤੁਹਾਡੀ ਮੈਡੀਕਲ ਐਜੂਕੇਸ਼ਨ ਦੀ ਜਿਹੜੀ ਪੜ੍ਹਾਈ ਅੱਗੇ ਕੰਟੀਨਿਊ ਰਵੇ? ਨਹੀਂ, ਗਵਰਨਮੈਂਟ ਨੂੰ ਤਾਂ ਇਹੀ ਹੋਣਾ ਚਾਹੀਦਾ ਕਿ ਜਦੋਂ ਫਸਟ ਸੈਕਿੰਡ ਈਅਰ ਵਾਲਿਆਂ ਦਾ ਤਾਂ ਕੋਈ ਨਹੀਂ, ਅਸੀਂ ਤਾਂ ਫੇਰ ਵੀ ਸਾਲ ਰਿਪੀਟ ਕਰ ਸਕਦੇ ਹਾਂ, ਪਰ ਜਿਹੜੇ 3rd 4th 5th 6th ਈਅਰ ਵਾਲੇ ਆ ਉਹਨਾਂ ਨੂੰ ਇੰਟਰਨਸ਼ਿਪ ਜਾਂ ਅਗਲੇ ਦੀ ਈਅਰਸ ਦੀ ਇੱਥੇ ਹੀ ਕੰਟੀਨਿਊ ਕਰਨ ਦੇਣਾ ਚਾਹੀਦਾ ਹੈ, ਕਿਉਂਕਿ ਉਹ ਆਲਰੇਡੀ ਆਪਣੇ ਸਾਲ ਖਰਾਬ ਕਰਕੇ ਆਏ ਆ, ਆਲਰੇਡੀ ਪੈਸਾ ਬਹੁਤ ਖਰਾਬ ਕਰਕੇ ਆਏ ਆ। ਫਸਟ ਸੈਕਿੰਡ ਈਅਰ ਵਾਲੇ ਤਾਂ ਫਿਰ ਵੀ ਕੁਝ ਨਾ ਕੁਝ ਕਰ ਲੈਣਗੇ, ਕਿ ਫਸਟ ਸੈਕਿੰਡ ਈਅਰ ਵਾਲਿਆਂ ਦੇ ਤਾਂ ਪੇਰੈਂਟਸ ਵੀ ਮੇਰੇ ਖਿਆਲ ਨਾਲ ਉਹਨਾਂ ਨੂੰ ਵਾਪਸ ਨਹੀਂ ਭੇਜਣਗੇ, ਕਿ ਇਹਦੇ ਪੇਰੈਂਟਸ ਚਾਹਣਗੇ ਕਿ ਫਿਰ ਤੋਂ ਉਹੀ ਜਗ੍ਹਾ 'ਤੇ ਭੇਜੀ ਜਿੱਥੋਂ ਬੱਚੇ ਇੰਨੇ ਮੁਸ਼ਕਿਲ ਨਾਲ ਬਚ ਕੇ ਆਏ ਆ। ਪਰ ਗਵਰਨਮੈਂਟ ਨੂੰ ਇਹੀ ਅਪੀਲ ਆ ਕਿ ਐਟਲੀਸਟ 3rd 4th 5th ਈਅਰ ਵਾਲਿਆਂ ਦਾ ਤਾਂ ਕੁਛ ਨਾ ਕੁਛ ਹੋਵੇ। ਹੁਣ ਸਾਰੇ ਇੰਨੇ ਸਟੂਡੈਂਟਸ ਦਾ ਤਾਂ ਗਵਰਨਮੈਂਟ ਵੀ ਕੁਛ ਨਹੀਂ ਕਰ ਸਕਦੀ, ਉਹ ਤਾਂ ਪ੍ਰੈਕਟੀਕਲ ਚੀਜ਼ ਆ, ਪਰ ਥੋੜ੍ਹਿਆਂ ਦਾ ਜੇ ਕੁਝ ਕਰ ਸਕੇ, ਥੋੜ੍ਹਿਆਂ ਨੂੰ ਇੱਥੇ ਇੰਟਰਨਸ਼ਿਪ ਦਿਵਾ ਸਕੇ, ਕਾਲਜਸ ਹੋਰ ਬਣਾ ਦੇਵੇ ਤਾਂ ਜੋ ਸਾਡੇ ਵਰਗਿਆਂ ਨੂੰ ਹੋਰ ਬਾਹਰ ਨਾ ਜਾਣਾ ਪਵੇ। ਇਹੀ ਅਪੀਲ ਆ ਕਿ ਕੁਛ ਨਾ ਕੁਛ ਕਰਨ। ਕਿ ਵਨ ਟਾਈਮ ਗਵਰਨਮੈਂਟ ਆਫ ਇੰਡੀਆ ਨੂੰ ਚਾਹੇ ਫਸਟ ਈਅਰ ਬੈਚ ਹੈ ਚਾਹੇ ਫਾਈਨਲ ਈਅਰ ਹੈ, ਇੱਕ ਰਿਲੈਕਸੇਸ਼ਨ ਦੇਣੀ ਚਾਹੀਦੀ ਹੈ ਜੀ। ਦੇਖੋ, ਕਿਉਂਕਿ ਪੇਰੈਂਟਸ ਨੇ ਬਹੁਤ ਸਾਰਾ ਪੈਸਾ ਉਹਨਾਂ ਤੇ ਇਨਵੈਸਟ ਕੀਤਾ ਹੋਇਆ ਸੀਗਾ ਵੀ ਚਲੋ ਸਾਡੇ ਬੱਚੇ ਜਿਹੜੇ ਸਟੱਡੀ ਕਰਨਗੇ। 2 ਸਾਲ ਲਾਈਫ ਦੇ ਜਿਹੜੇ ਆ ਬਹੁਤ ਵੱਡੀ ਚੀਜ਼ ਹੁੰਦੀ ਹੈ, ਜੇ 2 ਸਾਲ ਖਰਾਬ ਹੋ ਜਾਣ ਤਾਂ ਬਹੁਤ ਔਖਾ ਹੋ ਜਾਏਗਾ ਬੱਚਿਆਂ ਨੂੰ ਅੱਗੇ ਫਰਦਰ ਸਟੱਡੀ ਲਈ। ਤੇ ਗਵਰਨਮੈਂਟ ਆਫ ਇੰਡੀਆ ਨੂੰ ਚਾਹੀਦਾ ਹੈ ਕਿ ਸੀਟਸ ਇੱਥੇ ਸਪੈਸ਼ਲ ਇੱਕ ਕੋਟਾ ਅਰੇਂਜ ਕਰਕੇ ਉਹਨਾਂ ਨੂੰ ਸੀਟ ਜਿਹੜੀਆਂ ਦੇਣੀਆਂ ਚਾਹੀਦੀਆਂ ਹੈਗੀਆਂ। ਜੇ ਯੂਕਰੇਨ ਵਰਗਾ ਕੰਟਰੀ ਇੰਨੀਆਂ ਵੱਡੀਆਂ ਯੂਨੀਵਰਸਿਟੀਆਂ ਬਣਾ ਕੇ ਬੱਚਿਆਂ ਨੂੰ ਉੱਥੇ ਇੰਨੇ ਲੋ ਕਾਸਟ ਦੇ ਉੱਤੇ ਐਜੂਕੇਸ਼ਨ ਦੇ ਸਕਦਾ ਹੈ, ਤਾਂ ਸਾਡਾ ਕੰਟਰੀ ਕਿਉਂ ਨਹੀਂ ਦੇ ਸਕਦਾ? ਤੇ ਗਵਰਨਮੈਂਟ ਆਫ ਇੰਡੀਆ ਤੋਂ ਇਹੀ ਮੰਗ ਹੈ ਕਿ ਬੱਚਿਆਂ ਜਿੰਨੇ ਵੀ ਬੱਚੇ ਆਏ ਹੈਗੇ ਆ, ਕਿਉਂਕਿ ਬਾਕੀ ਕੰਟਰੀਜ਼ ਨੇ ਕਰਨਾ ਸ਼ੁਰੂ ਕਰ ਦਿੱਤਾ ਹੈ। ਪੋਲੈਂਡ ਨੇ, ਈਵਨ ਪੋਲੈਂਡ ਔਰ ਰੋਮਾਨੀਆ ਨੇ ਵੀ ਕਿਹਾ ਹੈ ਕਿ ਅਸੀਂ ਸੇਮ ਬੱਚੇ ਅਗਰ ਜੇ ਸਾਡੇ ਪੜ੍ਹਨਾ ਚਾਹੁੰਦੇ ਆ ਤਾਂ ਅਸੀਂ ਉਹਨਾਂ ਨੂੰ ਉਸੇ ਸਮੈਸਟਰ ਤੋਂ ਐਨਰੋਲ ਕਰ ਲਾਂਗੇ। ਲੱਗਦਾ ਕਿ ਰਿਲੈਕਸੇਸ਼ਨ ਦੇ ਦੇਣੀ ਚਾਹੀਦੀ ਗਵਰਨਮੈਂਟ ਆਫ ਇੰਡੀਆ ਨੂੰ, ਪਾਲਿਸੀ ਬਣਾ ਦੇਣੀ ਚਾਹੀਦੀ ਹੈਗੀ ਕਿ ਬਿਲਕੁਲ ਬਣਾਉਣੀ ਚਾਹੀਦੀ ਹੈ। ਬੱਚਿਆਂ ਦੇ ਫਿਊਚਰ ਦਾ ਸਵਾਲ ਹੈ। 2 ਸਾਲ ਖਰਾਬ ਹੋਏ ਨੇ ਸਾਰੇ ਬੱਚਿਆਂ ਦੇ, ਬਟ ਜਿਹੜੇ ਮੇਨ, ਜਿਵੇਂ ਬੇਟੀ ਨੇ ਕਿਹਾ ਕਿ ਇੰਟਰਨਸ਼ਿਪ ਵਾਲੇ ਨੇ, 4th 5th ਈਅਰ ਵਾਲੇ ਨੇ, ਉਹਨਾਂ ਨੂੰ ਤਾਂ ਬੈਨੀਫਿਟ ਮਿਲਣਾ ਹੀ ਚਾਹੀਦਾ ਹੈ। ਪਾਲਿਸੀ ਸਾਰੇ ਬੱਚਿਆਂ ਵਾਸਤੇ ਇੱਕ ਬਣ ਜਾਏ ਤਾਂ ਬੈਨੀਫਿਟ ਹੀ ਹੈ। ਹੁਣ ਕੰਟੀਨਿਊ ਰੱਖੋਗੇ स्टडी? हाँ, कंटिन्यू ही रखनी है। अभी किया है तो एंड तक करना ही है सारा, देखते हैं अब कैसे क्या होगा, पर कंटिन्यू तो करना ही है। ਅੱਛਾ, ਇੱਕ ਹੋਰ ਹੈ ਕਿ ਜਿਸ ਤਰ੍ਹਾਂ ਕਿ ਮੈਡੀਕਲ ਪੜ੍ਹਾਈ ਇੱਥੇ ਬਹੁਤ ਜ਼ਿਆਦਾ ਮਹਿੰਗੀ ਆ, ਬਾਹਰਲੀ ਕੰਟਰੀ ਦੇ, ਈਵਨ ਕਿ ਸਾਡੇ ਬੱਚੇ ਬੰਗਲਾਦੇਸ਼ ਵਰਗੇ ਕੰਟਰੀ ਜਾ ਕੇ ਪੜ੍ਹ ਰਹੇ ਨੇ, ਤਾਂ ਉਹਨਾਂ ਦੇ ਗਵਰਨਮੈਂਟ ਆਫ ਇੰਡੀਆ ਨੂੰ ਮੈਡੀਕਲ ਕਾਲਜ ਵਧਾ ਦੇਣੇ। ਪੰਜਾਬ 'ਚ ਸਿਰਫ 3 ਨੇ, ਹਾਲਾਂਕਿ ਇੱਥੇ 13 ਹੋਣੇ ਚਾਹੀਦੇ ਨੇ। ਬਿਲਕੁਲ, ਜਦੋਂ ਅਸੀਂ ਬੱਚਿਆਂ ਦੀ ਐਡਮਿਸ਼ਨ ਕਰਾਉਣੀ ਸੀ ਤੇ ਅਸੀਂ ਸਾਰੇ ਆਫਿਸ ਵਿੱਚ ਗਏ, ਮੀਨਸ ਕਿ 40-45 ਲੱਖ ਤੋਂ ਲੈ ਕੇ 1.25 ਕਰੋੜ ਰੁਪਏ ਤੱਕ ਤੋਂ ਡੋਨੇਸ਼ਨ ਚੱਲਦੀ ਹੈ, ਤੇ ਅਸੀਂ ਉਹ ਨਹੀਂ ਅਫੋਰਡ ਕਰ ਸਕਦੇ ਸੀ। ਤੇ ਫਿਰ ਸਾਨੂੰ ਜਦੋਂ ਆਫਰ ਮਿਲੀ ਕਿ ਯੂਕਰੇਨ, ਮਲੇਸ਼ੀਆ, ਇੱਥੇ ਕਾਲਜਸ ਹੈਗੇ ਨੇ ਐਂਡ 5.5 ਸਾਲ ਦੀ ਡਿਗਰੀ ਹੈ, ਬਟ 5 ਲੱਖ ਰੁਪਇਆ 1 ਸਾਲ ਦਾ ਲੱਗਦਾ ਹੈ। ਤੇ ਫਿਰ ਅਸੀਂ ਉੱਥੇ ਫਰਦਰ ਗਏ। ਇੱਥੇ ਤਾਂ ਈਵਨ ਜਿਹੜੀ ਗਵਰਨਮੈਂਟ ਫੀ ਹੈ ਉਹ ਹੀ ਬਹੁਤ ਜ਼ਿਆਦਾ ਹੈ, ਉਹੀ ਫੀ ਜ਼ਿਆਦਾ, ਤੇ ਪ੍ਰਾਈਵੇਟ ਬੇਸ ਤੇ ਬਹੁਤ ਜ਼ਿਆਦਾ 1.25 ਕਰੋੜ ਰੁਪਇਆ ਡੋਨੇਸ਼ਨ ਲੈਣੀ ਪੈਂਦੀ ਹੈ। ਤੁਸੀਂ ਦੇਹਰਾਦੂਨ ਚਲ ਜਾਓ, ਗੁੜਗਾਉਂ ਚਲ ਜਾਓ, ਕਰਨਾਟਕਾ ਚਲ ਜਾਓ, ਤਾਂ ਹਰ ਬੰਦਾ ਨਹੀਂ ਪੇ ਕਰ ਸਕਦਾ। ਬਿਲਕੁਲ ਜੀ, ਬੱਚੇ ਵਾਪਸ ਆਏ ਨੇ ਔਰ ਸਾਡੀ ਵੀ ਆਸ ਹੈ ਕਿ ਚਾਹੇ ਉੱਥੇ ਬੱਚੇ ਨੇ ਫਸੇ ਹੋਏ, ਚਾਹੇ ਭਾਰਤੀ ਫਸੇ ਹੋਏ ਨੇ, ਉਹ ਸਲਾਮਤ ਆਪਣੇ ਇੰਡੀਆ ਪਰਤਨ, ਆਪਣੇ ਘਰ ਪਰਤਨ। ਔਰ ਭਾਰਤ ਸਰਕਾਰ ਨੂੰ ਵੀ ਲਗਾਤਾਰ ਜਿਹੜੇ ਹੋਰ ਸਟੈਪ ਚੁੱਕਣ ਦੀ ਲੋੜ ਆ, ਉਹਨਾਂ ਵੱਲ ਧਿਆਨ ਦੇਵੇ, ਕਿਉਂਕਿ ਬੱਚੇ ਵੀ ਫਸੇ ਨੇ। ਇੱਕ ਤਾਂ ਇੱਥੇ ਪੜ੍ਹਾਈਆਂ ਬਹੁਤ ਮਹਿੰਗੀਆਂ, ਅੱਧੇ ਮੈਡੀਕਲ ਕਾਲਜ ਹਿੰਦੁਸਤਾਨ ਦੇ ਪੋਲੀਟੀਸ਼ੀਅਨਾਂ ਦੇ ਨੇ, ਸਰਕਾਰੀ ਕਾਲਜਾਂ ਦੇ ਵਿੱਚ ਲੱਖਾਂ ਰੁਪਏ ਲੱਗਦੇ ਨੇ ਤੇ ਪ੍ਰਾਈਵੇਟ ਕਾਲਜਾਂ 'ਚ ਕਰੋੜਾਂ ਰੁਪਏ ਲੱਗਦੇ ਨੇ। ਤੇ ਜੇ ਇੱਥੇ ਸਰਕਾਰ ਵਧੀਆ ਐਜੂਕੇਸ਼ਨ ਪ੍ਰੋਵਾਈਡ ਕਰਾਵੇ, ਸਸਤੀ ਹੋਵੇ, ਫ੍ਰੀ ਹੋਵੇ, ਤੇ ਫਿਰ ਸਾਡੇ ਬੱਚਿਆਂ ਨੂੰ ਉੱਥੇ ਜਾਣ ਦੀ ਕੋਈ ਲੋੜ ਨਹੀਂ। ਪਰ ਫਿਲਹਾਲ ਕਿਉਂਕਿ ਰੂਸ ਔਰ ਯੂਕਰੇਨ ਦਾ ਮਸਲਾ ਫਸਿਆ ਹੈ, ਲੇਕਿਨ ਜਿਹੜੇ ਭਾਰਤੀ ਫਸੇ ਨੇ ਉਹ ਜਲਦ ਭਾਰਤ ਹੋਣੇ ਚਾਹੀਦੇ ਨੇ। ਸਰਕਾਰ ਨੂੰ ਹੋਰ ਵਾਪਸ ਲਿਆਉਣ ਵਾਸਤੇ ਜਿਹੜੇ ਉੱਚੇ ਕਦਮ ਪੁੱਟਣ ਦੀ ਜ਼ਰੂਰਤ ਹੈ। ਕੈਮਰਾ ਮਨਦੀਪ ਸਿੰਘ ਦੇ ਨਾਲ ਜਗਤਾਰ ਸਿੰਘ ਪੁੱਲਰ, ABC ਪੰਜਾਬ, ਚੰਡੀਗੜ੍ਹ।